ਪੁੰਨ ਪੁੰਨ ਸੀਸਾ ਵਾਹਿਗੁਰੂ ਪੁੰਨ ਪੁੰਨ ਸੀਸਾ। ਬੰਦੋਂ ਬਾਰ ਬਾਰ ਜਗਦੀਸਾ। ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਨਕ ਭਗਤ ਬੈਰਾਗ। ਸ੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦਉ ਕਰ ਅਨੁਰਾਗ। ਸ੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ। ਤਿਨ ਸੰਤਨ ਕਉ ਬੰਦਨਾ ਸਿਰ ਚਰਨਨ ਪਰ ਧਾਰ। ਏਕ ਓੰਕਾਰ ਸਤਿਗੁਰੂ ਤਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ ਬਿਘਨ ਬਿਨਾਸਨ ਸੋਏ। ਏਕ ਓੰਕਾਰ ਸਤਿਗੁਰੂ ਤਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ ਬਿਘਨ ਬਿਨਾਸਨ ਸੋਏ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਜਟੂ ਭਾਨੋ ਤ੍ਰਿਤੇ ਨਿਹਾਲੋ। ਚਤੁਰਤ ਆਏ ਤੀਰਥਾ ਨਾਲੋ। ਚੱਡੇ ਹੁਤੇ ਜਾਤ ਕੇ ਚਾਰੋਂ। ਚਲ ਆਏ ਗੁਰ ਕੇ ਦਰਬਾਰੋਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੁਗ ਜੁਗ ਅਟਲ ਚਵਰ ਛਤਰ ਤਖਤ ਜੀ ਦੇ ਮਾਲਕ ਦਸਾਂ ਹੀ ਪਾਤਸ਼ਾਹੀਆਂ ਕੀ ਆਤਮਕ ਜੋਤ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਵਿਖੇ ਦਿਨ ਦੇ ਚੌਥੇ ਪਹਿਰ ਦੇ ਸੁੰਦਰ ਦੀਵਾਨ ਚੱਲ ਰਹੇ ਹਨ। ਸਜੇ ਹੋਏ ਦੀਵਾਨਾਂ ਅੰਦਰ ਅਤੀ ਸਨਮਾਨਯੋਗ ਰਾਗੀ ਸਿੰਘਾਂ ਪਾਸੋਂ ਆਪ ਸੰਗਤਾਂ ਨੇ ਅੰਮ੍ਰਿਤਮਈ ਇਲਾਹੀ ਗੁਰਬਾਣੀ ਦਾ ਕੀਰਤਨ ਸਰਵਣ ਕੀਤਾ ਹੈ। ਆਓ ਗੁਰ ਸੰਗਤ ਜੀ, ਹੁਣ ਸਮਾਂ ਹੈ ਜੋ ਚੱਲ ਰਹੀ ਲੜੀਵਾਰ ਗੁਰ ਇਤਿਹਾਸ ਦੀ ਕਥਾ ਆਪਾਂ ਸਰਵਣ ਕਰਦੇ ਆ ਰਹੇ ਹਾਂ। ਕੱਲ੍ਹ ਦੇ ਦੀਵਾਨਾਂ ਵਿੱਚ ਆਪਾਂ ਸਰਵਣ ਕੀਤਾ ਸੀ ਸ਼ਾਂਤੀ ਦੇ ਪੁੰਜ ਬਾਣੀ ਕੇ ਬੋਹਿਥ ਪ੍ਰਤੱਖ ਹਰ ਪੰਚਮ ਪਾਤਸ਼ਾਹ ਧੰਨ ਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਧਰਤੀ 'ਤੇ ਬਿਰਾਜਮਾਨ ਨੇ। ਸਤਿਗੁਰੂ ਜੀ ਦੀ ਸ਼ਰਨ ਦੇ ਵਿੱਚ ਭਾਈ ਮੂਲਾ, ਭਾਈ ਸੂਜਾ ਧਾਵਣੋਂ, ਚੰਦੂ ਝੋਜੜ, ਰਾਮਦਾਸ ਭੰਡਾਰੀਆ, ਭਾਈ ਬਾਲਾ ਅਤੇ ਸਾਈਂ ਦਾਸ, ਇਹ 6 ਸਿੱਖ ਇਕੱਠੇ ਹੋ ਕੇ ਗੁਰੂ ਚਰਨਾਂ ਵਿੱਚ ਆਏ ਨੇ ਅਤੇ ਮਹਾਰਾਜ ਦੇ ਚਰਨਾਂ 'ਤੇ ਨਮਸਕਾਰ ਕੀਤੀ ਹੈ। ਆ ਕੇ ਬੇਨਤੀ ਕਰਦੇ ਨੇ, ਸਤਿਗੁਰੂ ਜੀ ਕਿਰਪਾ ਕਰੋ ਸਾਨੂੰ ਇਹ ਸਮਝਾਵੋ ਕਿ ਜੀਵ 2 ਪ੍ਰਕਾਰ ਦੇ ਕਰਮ ਕਰਦੇ ਹਨ, ਪਾਪ ਅਤੇ ਪੁੰਨ, ਅਤੇ ਇਹਦੇ ਬਾਰੇ ਦੱਸੋ ਕਿ ਪਾਪਾਂ ਪੁੰਨਾਂ ਦਾ ਜਿਹੜਾ ਫਲ ਹੈ ਉਹ ਜੀਵ ਨੂੰ ਇਹਨਾਂ ਪਾਪਾਂ ਪੁੰਨਾਂ ਨੂੰ ਆਪਸ ਵਿੱਚ ਮਿਲਾ ਕੇ ਜਿਹੜਾ ਸ਼ੇਖ ਬਾਕੀ ਬਚਦਾ ਹੈ ਉਹਦਾ ਫਲ ਜੀਵ ਨੂੰ ਮਿਲਦਾ ਹੈ, ਜਾਂ ਫਿਰ ਪਾਪਾਂ ਦਾ ਪੁੰਨਾਂ ਦਾ ਫਲ ਵੱਖਰਾ ਵੱਖਰਾ ਮਿਲਦਾ ਹੈ। ਅਤੇ ਗੁਰੂ ਸਾਹਿਬ ਜੀ ਨੇ ਦਰਸਾਇਆ ਸੀ, ਮਹਾਰਾਜ ਕਹਿੰਦੇ ਇਹਨੂੰ ਸਮਝਣ ਵਾਸਤੇ ਪਹਿਲਾਂ ਤੁਹਾਨੂੰ ਇਹ ਵਿਚਾਰਨਾ ਪਵੇਗਾ ਕਿ ਜਿਸ ਤਰ੍ਹਾਂ ਕੋਈ ਰਾਜਾ ਹੈ ਅਤੇ ਰਾਜੇ ਦੀ 4 ਪ੍ਰਕਾਰ ਦੀ ਜਿਹੜੀ ਪ੍ਰਜਾ ਹੈ, ਕਿਉਂਕਿ ਸਿੱਖ ਵੀ 4 ਪ੍ਰਕਾਰ ਦੇ ਨੇ। ਇੱਕ ਸਹਿਕਾਮੀ ਨੇ ਜਿਹੜੇ ਕਾਮਨਾ ਦੇ ਸਹਿਤ ਕੋਈ ਕਰਮ ਕਰਦੇ ਨੇ, ਇੱਕ ਨਿਸ਼ਕਾਮੀ ਹਨ, ਇੱਕ ਉਪਾਸ਼ਕ ਹਨ, ਅਤੇ ਚੌਥੇ ਹਨ ਬ੍ਰਹਮ ਗਿਆਨੀ। ਜਿਸ ਤਰ੍ਹਾਂ ਰਾਜੇ ਦੀ 4 ਤਰ੍ਹਾਂ ਦੀ ਪ੍ਰਜਾ ਹੁੰਦੀ ਹੈ। ਪਹਿਲੀ ਪ੍ਰਜਾ ਉਹ ਹੈ ਜਿਨ੍ਹਾਂ ਪਾਸੋਂ ਰਾਜੇ ਦੇ ਬੰਦੇ ਚੱਲ ਕੇ ਆਉਂਦੇ ਨੇ ਅਤੇ ਜਦੋਂ ਫਸਲ ਪੱਕਦੀ ਹੈ ਅਤੇ ਉਹਦੇ ਵਿੱਚੋਂ ਹਿੱਸਾ ਲੈਂਦੇ ਨੇ, ਅਤੇ ਜੇ ਕਿਤੇ ਉਹਦੇ ਵਿੱਚ ਹਿਸਾਬ ਦੇ ਵਿੱਚ ਕੋਈ ਵਾਧ ਘਾਟ ਹੋਵੇ ਅਤੇ ਰਾਜੇ ਦੇ ਬੰਦੇ ਉਹਨੂੰ ਡੰਡ ਵੀ ਲਾ ਦਿੰਦੇ ਨੇ। ਦੂਸਰੇ ਉਹ ਹਨ ਜਿਨ੍ਹਾਂ ਨੇ
6 ਮਹੀਨੇ ਦਾ ਪਟਾ ਜ਼ਮੀਨ ਦਾ ਲਿਖਾਇਆ ਹੁੰਦਾ ਹੈ ਤੇ ਰਾਜੇ ਦੇ ਬੰਦੇ 6 ਮਹੀਨਿਆਂ ਬਾਅਦ ਆ ਕੇ ਉਹਦਾ ਹਿਸਾਬ ਕਿਤਾਬ ਲੈਂਦੇ ਨੇ, ਉਹਦੇ ਪਾਸੋਂ ਪੈਸੇ ਲੈਂਦੇ ਨੇ। ਤੀਜੇ ਉਹ ਹਨ ਜਿਹੜੇ ਰਾਜੇ ਨੂੰ ਸੁਗਾਤਾਂ ਦੇ ਕੇ ਮਿਲਦੇ ਨੇ, ਕਿਤੇ ਹਾਥੀ ਦੇ ਦਿੱਤੇ, ਘੋੜੇ ਦੇ ਦਿੱਤੇ ਤੇ ਰਾਜਾ ਉਹਨਾਂ 'ਤੇ ਖੁਸ਼ ਰਹਿੰਦਾ ਹੈ। ਤੇ ਚੌਥੇ ਉਹ ਹਨ ਜਿਨ੍ਹਾਂ ਨੇ ਰਾਜੇ ਪਾਸੋਂ ਸਭ ਕੁਝ ਹੀ ਮੁਆਫ ਕਰਾਇਆ ਹੁੰਦਾ ਹੈ। ਤੇ ਜਿਸ ਤਰ੍ਹਾਂ ਕਿਸੇ ਇਲਾਕੇ ਦੇ ਉਹ ਰਾਜੇ ਹੁੰਦੇ ਨੇ ਤੇ ਜਦੋਂ ਉਹਨਾਂ ਦੀ ਇੱਛਾ ਹੋਵੇ ਰਾਜੇ ਦੇ ਨਾਲ ਘੋੜਿਆਂ 'ਤੇ ਚੜ੍ਹ ਕੇ ਉਹ ਵੀ ਨਾਲ ਤੁਰ ਪੈਂਦੇ ਨੇ ਤੇ ਸੈਰਾਂ ਕਰਦੇ ਨੇ। ਇਸੇ ਤਰ੍ਹਾਂ ਮਹਾਰਾਜ ਕਹਿੰਦੇ ਜਿਹੜੇ ਕਾਮਨਾ ਵਾਲੇ ਨੇ ਨਾ, ਕੋਈ ਧਰਮ ਦਾ ਕਰਮ ਕਰਦੇ ਹਨ ਕਾਮਨਾ ਰੱਖ ਕੇ, ਇੱਛਾ ਰੱਖ ਕੇ, ਉਹਨਾਂ ਦੇ ਬਦਲੇ ਉਹਨਾਂ ਨੂੰ ਦਾ ਫਲ ਤਾਂ ਮਿਲਦਾ ਹੈ, ਪਰ ਵਿਕਾਰਾਂ ਤੋਂ ਇਹ ਮਨ ਜਿਹੜਾ ਹੈ ਮੁਕਤ ਨਹੀਂ ਹੁੰਦਾ। ਤੇ ਇਸ ਲਈ ਜਿਹੜੇ ਪਾਪ ਕੀਤੇ ਹੁੰਦੇ ਨੇ ਉਹਨਾਂ ਦਾ ਫਲ ਜਿਹੜਾ ਉਹ ਨਰਕਾਂ ਦੇ ਵਿੱਚ ਮਿਲਦਾ ਹੈ, ਉਹਨਾਂ ਨੂੰ ਜਮ ਡੰਨ ਲਾਉਂਦੇ ਨੇ। ਦੂਜੇ ਹਨ ਕਾਮਨਾ ਤੋਂ ਰਹਿਤ ਨਿਸ਼ਕਾਮੀ। ਜਿਹੜੇ ਨਿਸ਼ਕਾਮੀ ਹਨ ਉਹ ਜਦੋਂ ਵੀ ਕੋਈ ਕਰਮ ਕਰਦੇ ਹਨ, ਪਾਪਾਂ ਦਾ ਪੁੰਨਾਂ ਦਾ ਜਿਹੜਾ ਹਿਸਾਬ ਕਿਤਾਬ ਹੈ ਉਹ ਵੱਖਰਾ ਵੱਖਰਾ ਹੁੰਦਾ ਹੈ। ਜੇ ਪੁੰਨ ਜ਼ਿਆਦੇ ਹੋਣ, ਪਾਪ ਥੋੜ੍ਹੇ ਹੋਣ, ਤੇ ਫਿਰ ਪੁੰਨਾਂ ਕਰਕੇ ਪਾਪ ਜਿਹੜੇ ਨੇ ਉਹਨਾਂ ਤੋਂ ਜੀ ਮੁਕਤ ਹੁੰਦਾ ਹੈ। ਤੇ ਪਾਪਾਂ ਦੀ ਸਜ਼ਾ ਜਿਹੜੀ ਫਲ ਮਿਲਦਾ ਹੈ ਤੇ ਪੁੰਨਾਂ ਦਾ ਜਿਹੜਾ ਹੈ ਉਹ ਵੀ ਫਲ ਉਹਨਾਂ ਨੂੰ ਉਸ ਹਿਸਾਬ ਦੇ ਨਾਲ ਮਿਲਦਾ ਹੈ। ਤੀਜੇ ਉਹ ਹਨ ਜਿਨ੍ਹਾਂ ਦੇ ਪਾਪਾਂ ਤੇ ਪੁੰਨਾਂ ਨੂੰ ਮਿਲਾ ਕੇ ਜਿਹੜਾ ਸ਼ੇਖ ਬਾਕੀ ਬਚਦਾ ਉਹਦਾ ਫਲ ਜੀਵ ਨੂੰ ਪ੍ਰਾਪਤ ਹੋ ਜਾਂਦਾ ਹੈ। ਤੇ ਚੌਥੇ ਉਹ ਹਨ ਜਿਹੜੇ ਬ੍ਰਹਮ ਗਿਆਨੀ ਨੇ, ਉਹ ਪਾਪ ਕਰਦੇ ਹੀ ਨਹੀਂ ਤੇ ਇਸੇ ਤਰ੍ਹਾਂ ਕੋਈ ਵੀ ਇੱਛਾ ਰੱਖ ਕੇ ਉਹ ਕਰਮ ਨਹੀਂ ਕਰਦੇ। ਅਕਾਲ ਪੁਰਖ ਜੀ ਦੇ ਹੁਕਮ ਅਨੁਸਾਰ ਸੰਸਾਰ ਵਿੱਚ ਆਉਂਦੇ ਨੇ। ਜਨਮ ਮਰਨ ਦੁਹੂ ਮੈਂ ਨਾਹੀ, ਜਨ ਪਰਉਪਕਾਰੀ ਆਏ, ਜੀ ਦਾਨ ਦੇ ਭਗਤੀ ਲਾਇਨ ਹਰ ਸਿਉ ਲੈਨ ਮਿਲਾਏ। ਤੇ ਸਿੱਖ ਕਹਿਣ ਲੱਗੇ ਮਹਾਰਾਜ ਜਦੋਂ ਫਿਰ ਚੰਗੇ ਕਰਮ ਕਰਦੇ ਨੇ ਧਰਮ ਦੇ, ਤੇ ਜੇ ਉਹ ਪੁੰਨਾਂ ਪਾਪਾਂ ਤੋਂ ਰਹਿਤ ਨੇ, ਕਰਮਾਂ ਦਾ ਫਲ ਉਹਨਾਂ ਨੂੰ ਨਹੀਂ ਮਿਲਦਾ ਕਿਉਂਕਿ ਉਹ ਮੁਕਤ ਹਨ। ਤੇ ਜਿਹੜੇ ਚੰਗੇ ਕਰਮ ਕਰਦੇ ਨੇ ਉਹਨਾਂ ਦਾ ਫਲ ਫਿਰ ਕਿਹਨਾਂ ਨੂੰ ਮਿਲਦਾ ਹੈ? ਮਹਾਰਾਜ ਕਹਿੰਦੇ ਜਿਹੜੇ ਉਹਨਾਂ ਦੀ ਸੇਵਾ ਕਰਦੇ ਨੇ ਉਹ ਫਿਰ ਉਹਨਾਂ ਦੀ ਸੇਵਾ ਕਰਕੇ ਉਹਨਾਂ ਬ੍ਰਹਮ ਗਿਆਨੀਆਂ ਪਾਸੋਂ ਦਾ ਫਲ ਲੈਂਦੇ ਨੇ। ਤੇ ਜਿਹੜੇ ਨਿੰਦਕ ਨੇ ਉਹ ਨਿੰਦਿਆ ਕਰਕੇ ਆਪਣੇ ਸਿਰ 'ਤੇ ਭਾਰ ਚੁੱਕਦੇ ਹਨ। ਇਹ ਉਪਦੇਸ਼ ਗੁਰਦੇਵ ਜੀ ਨੇ ਦਿੱਤਾ ਸੀ, ਆਪਾਂ ਕੱਲ ਕਥਾ ਵਿੱਚ ਸਰਵਣ ਕੀਤਾ ਹੈ। ਆਓ ਗੁਰ ਸੰਗਤ ਜੀ, ਜਿਸ ਤਰ੍ਹਾਂ ਕਿ ਲੜੀਵਾਰ ਕਥਾ ਆ ਰਹੀ ਹੈ, ਮਨ ਬਿਰਤੀਆਂ ਗੁਰੂ ਚਰਨਾਂ ਵਿੱਚ ਜੋੜ ਕੇ ਸਤਿਗੁਰੂ ਸਾਹਿਬ ਜੀ ਦੀ ਅੰਮ੍ਰਿਤਮਈ ਜੀਵਨ ਕੌਤਕਾਂ ਦੀ ਕਥਾ ਸਰਵਣ ਕਰਕੇ ਲਾਹਾ ਪ੍ਰਾਪਤ ਕਰੀਏ। ਸਾਰੀ ਸੰਗਤ ਦਿਓ ਅਸੀਸ, ਪਿਆਰ ਸਤਿਕਾਰ ਸਹਿਤ ਉਚਾਰਨ ਕਰੋ ਜੀ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਜੱਟੂ ਭਾਨੋ ਤ੍ਰਿਤੇ ਨਿਹਾਲੂ। ਇਹ ਸਿੱਖਾਂ ਦੇ ਨਾਮ ਨੇ ਭਾਈ ਜੱਟੂ, ਭਾਈ ਭਾਨੂ ਤੇ ਭਾਈ ਨਿਹਾਲੂ ਜੀ। ਚਤੁਰਥ ਆਏ ਤੀਰਥਾ ਨਾਲੂ। ਚੌਥਾ ਸਿੱਖ ਇਹਨਾਂ ਦੇ ਨਾਲ ਹੈ ਜਿਸ ਦਾ ਨਾਮ ਭਾਈ ਤੀਰਥਾ ਹੈ। ਚੱਡੇ ਹੋਤੇ ਜਾਤ ਕੇ ਚਾਰੋਂ। ਜਾਤ ਕਰਕੇ ਚੱਡੇ ਸਨ ਚਾਰੇ ਹੀ, ਭਾਈ ਜੱਟੂ ਤੇ ਭਾਈ ਨਿਹਾਲੂ, ਭਾਈ ਤੀਰਥਾ ਜੀ, ਇਸੇ ਤਰ੍ਹਾਂ ਭਾਈ ਭਾਨੂ ਜੀ। ਇਹ ਚਾਰੇ ਸਿੱਖ ਚੱਲ ਕੇ ਚੱਲ ਆਏ ਗੁਰ ਕੇ ਦਰਬਾਰੋਂ। ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਦਰਬਾਰ ਵਿੱਚ ਆਏ ਹਨ। ਨਮੋ ਕਰੀ ਗੁਰ ਅਰਜਨ ਪਾਸ। ਇਹਨਾਂ ਚਾਰਾਂ ਨੇ ਆ ਕੇ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਚਰਨਾਂ ਤੇ ਨਮਸਕਾਰ ਕੀਤੀ ਹੈ। ਹਾਥ ਜੋੜ ਬੋਲੇ ਅਰਦਾਸ। ਹੱਥ ਜੋੜ ਕੇ ਸਤਿਗੁਰੂ ਜੀ ਨੂੰ ਬੇਨਤੀ ਕਰਨ ਲੱਗੇ। ਸ਼੍ਰੀ ਸਤਿਗੁਰ ਸ਼ੁਭ ਬਚਨ ਤੁਹਾਰੇ। ਮਹਾਰਾਜ ਜੀ ਜਦੋਂ ਅਸੀਂ ਬਾਣੀ ਪੜ੍ਹਦੇ ਤੇ ਬਾਣੀ ਦੇ ਵਿੱਚ ਆਪ ਜੀ ਦੇ ਸੁੰਦਰ ਮਨੋਹਰ ਬਚਨ ਆਉਂਦੇ ਹਨ। ਬਹੁ ਵਿਦ ਕੇ ਹਮ ਅਰਥ ਵਿਚਾਰੇ। ਇਹਨਾਂ ਬਚਨਾਂ ਦੇ ਅਰਥ ਅਸੀਂ ਬਹੁਤ ਵਾਰ ਵਿਚਾਰਨੇ ਚਾਹੇ ਨੇ, ਪਰ ਸਤਿਗੁਰੂ ਆਪ ਜੀ ਸਮਰੱਥ ਹੋਂ। ਤੇ ਜਦੋਂ ਸਾਨੂੰ ਨਹੀਂ ਕੋਈ ਗੱਲ ਸਮਝ ਵਿੱਚ ਪੈਂਦੀ ਤੇ ਫਿਰ ਆਪ ਜੀ ਨੂੰ ਅਸੀਂ ਬੇਨਤੀ ਕਰਦੇ ਹਾਂ। ਅਸਲ ਵਿੱਚ ਜਦੋਂ ਸਿੱਖ ਭਾਵਨਾ ਦੇ ਨਾਲ ਬਾਣੀ ਦਾ ਅਭਿਆਸ ਕਰਦਾ ਹੈ ਤੇ ਗੁਰੂ ਸਾਹਿਬ ਆਪ ਵਿੱਚ ਵਰਤਦੇ ਨੇ। ਜੋ ਵੀ ਸਿੱਖ ਦੇ ਮਨ ਦੇ ਸ਼ੰਕੇ ਨੇ ਉਹ ਦੂਰ ਕਰ ਦਿੰਦੇ। ਜੇ ਕਿਤੇ ਅਚਨਚੇਤ ਕੋਈ ਸ਼ੰਕਾ ਆਵੇ ਵੀ ਤੇ ਫਿਰ ਸਿੱਖ ਸੰਗਤ ਵਿੱਚ ਆ ਕੇ ਸ਼ੰਕਾ ਦੂਰ ਕਰਦਾ ਹੈ ਤੇ ਸ਼ੰਕੇ ਤੋਂ ਨਿਵਰਤ ਹੋ ਕੇ ਕਮਾਈ ਕਰਕੇ ਜੀਵਨ ਨੂੰ ਸਫਲਾ ਕਰਦਾ ਹੈ। ਇਹ ਚਾਰੇ ਵੀ ਚੱਲ ਕੇ ਆਏ ਨੇ ਗੁਰੂ ਸਾਹਿਬ ਜੀ ਦੀ ਸ਼ਰਨ ਦੇ ਵਿੱਚ ਆ ਕੇ ਬੇਨਤੀ ਕਰਦੇ ਨੇ, ਮਹਾਰਾਜ
ਅਸੀਂ ਬਾਣੀ ਪੜ੍ਹਦੇ ਹਾਂ, ਅਰਥ ਵੀ ਵਿਚਾਰਦੇ ਹਾਂ, ਪਰ ਆਪ ਜੀ ਕਿਰਪਾ ਕਰਕੇ ਸਾਨੂੰ ਸਮਝਾਵੋ, ਕਿਉਂਕਿ ਤੁਹਾਡੀ ਬਾਣੀ ਅਗਾਧ ਬੋਧ ਹੈ, ਤੇ ਆਪ ਜੀ ਕਿਰਪਾ ਕਰਕੇ ਸਾਨੂੰ ਸੋਝੀ ਦਵੋ। ਘਰੇ ਕਰਾਵੈ ਆਪੇ ਆਪ। ਜਿਹੜੇ ਬਚਨ ਬਾਣੀ ਦੇ ਅੰਦਰ ਆਉਂਦੇ ਹਨ ਕਿ ਅਕਾਲ ਪੁਰਖ ਪਰਮੇਸ਼ਰ ਵਾਹਿਗੁਰੂ ਸਭ ਕੁਝ ਆਪ ਹੀ ਕਰਦਾ ਹੈ, ਮਾਨੁਖ ਕੇ ਕਿਛ ਨਾਹੀ ਹਾਥ। ਇਸ ਮਨੁੱਖ ਦੇ ਹੱਥ ਦੇ ਵੱਸ ਕੁਝ ਨਹੀਂ ਹੈ, ਕਰਨ ਵਾਲਾ ਸਾਰਾ ਕੁਝ ਪਰਮਾਤਮਾ ਆਪ ਹੈ। ਜੈਸਾ ਬੀਜੈ ਸੋ ਲੁਣੈ। ਤੇ ਫਿਰ ਮਹਾਰਾਜ ਇਹ ਵੀ ਸ਼ਬਦ ਆਪਾਂ ਪੜ੍ਹਦੇ ਹਾਂ ਕਿ ਜੀਵ ਜੋ ਬੀਜਦਾ ਹੈ ਸੋ ਲੁਣੈ, ਉਹ ਵੱਢਦਾ ਹੈ, ਉਹੀ ਉਹਨੂੰ ਮਿਲਦਾ ਹੈ। ਕਰਮ ਇਹੋ ਖੇਤ। ਇਹ ਸਰੀਰ ਕਰਮਾਂ ਦਾ ਹੀ ਖੇਤ ਹੈ। ਅਕਿਰਤ ਘਣਾ ਹਰ ਵਿਸਰਿਆ। ਜਿਹੜੇ ਨਾ ਸ਼ੁਕਰੇ ਹਨ ਉਹਨਾਂ ਨੇ ਹਰੀ ਨੂੰ ਭੁਲਾ ਦਿੱਤਾ ਹੈ। ਅਕਿਰਤ ਘਣ ਉਹਨੂੰ ਕਿਹਾ ਜਾਂਦਾ ਹੈ, ਜਿਹੜਾ ਕਿਸੇ ਦੀ ਕੀਤੀ ਨੂੰ ਭੁਲਾ ਦੇਵੇ ਉਹਨੂੰ ਕਿਹਾ ਜਾਂਦਾ ਹੈ ਇਹ ਅਕਿਰਤ ਘਣ ਹੈ। ਤੇ ਫਿਰ ਅਸੀਂ ਅਕਾਲ ਪੁਰਖ ਪਰਮਾਤਮਾ ਤੋਂ ਕਿੰਨਾ ਕੁਝ ਲਿਆ, ਮਨੁੱਖਾ ਸਰੀਰ ਮਿਲਿਆ, ਕੀਮਤੀ ਸਵਾਸ ਮਿਲੇ, ਸੋਹਣਾ ਪਰਿਵਾਰ ਮਿਲਿਆ, ਸੋਹਣਾ ਘਰ-ਬਾਰ ਮਿਲਿਆ, ਕਈ ਤਰ੍ਹਾਂ ਦੇ ਸਾਨੂੰ ਸੋਹਣੇ ਸੋਹਣੇ ਅਕਾਲ ਪੁਰਖ ਵਾਹਿਗੁਰੂ ਨੇ ਪਕਵਾਨ ਦਿੱਤੇ ਹਨ। ਪਰ ਫਿਰ ਵੀ ਜੀਵ ਨਾ ਸ਼ੁਕਰਾ ਹੋ ਕੇ ਕਹਿੰਦਾ ਮੈਨੂੰ ਪਰਮਾਤਮਾ ਨੇ ਦਿੱਤਾ ਕੀ। ਤੇ ਜੇ ਦਿੱਤੇ ਦਾ ਸ਼ੁਕਰ ਕਰੀਏ ਤੇ ਫਿਰ ਉਹਦੀਆਂ ਦਾਤਾਂ ਦਿੱਤੀਆਂ ਹੋਰ ਵੱਧਦੀਆਂ ਹਨ। ਪਰ ਜਿਨ੍ਹਾਂ ਨੇ ਉਹਨੂੰ ਭੁਲਾ ਦਿੱਤਾ ਹੈ, ਅਕਾਲ ਪੁਰਖ ਨੂੰ ਧਿਆਉਂਦੇ ਹੀ ਨਹੀਂ। ਕਿ ਸਾਡੇ ਕੋਲ ਸਮਾਂ ਹੀ ਨਹੀਂ ਹੈ ਜੀ। ਜਿਸ ਨੇ ਦਿੱਤਾ ਸੀ ਜਿਨ ਦੀਆ ਸੋ ਚਿਤ ਨ ਆਵੇ। ਜਿਸ ਤਰ੍ਹਾਂ ਪਸ਼ੂ ਨੂੰ ਨਹੀਂ ਪਤਾ ਲੱਗਦਾ ਕਿ ਮੈਨੂੰ ਕਿਹਨੇ ਕੁਝ ਖਾਣ ਨੂੰ ਦਿੱਤਾ ਹੈ, ਇਸੇ ਤਰ੍ਹਾਂ ਜਿਨ੍ਹਾਂ ਨੇ ਪਰਮਾਤਮਾ ਦੀ ਯਾਦ ਨੂੰ ਭੁਲਾਇਆ, ਮਹਾਰਾਜ ਕਹਿੰਦੇ ਉਹਨਾਂ ਦੀ ਬਿਰਤੀ ਵੀ ਪਸ਼ੂਆਂ ਵਾਲੀ ਹੈ। ਕਰਤੂਤ ਪਸ਼ੂ ਕੀ ਮਾਨਸ ਜਾਤ। ਇਸ ਲਈ ਉਹ ਅਕਿਰਤ ਘਣ ਹਨ। ਤੇ ਤਸਕਰ ਜੋ ਨਾਮ ਨਾ ਲੇਵੈ ਵਾਸੈ ਕੋਟ ਪਚਾਸਾ। ਗੁਰਦੇਵ ਕਹਿੰਦੇ ਨੇ ਜਿਨ੍ਹਾਂ ਨੇ ਪਰਮਾਤਮਾ ਦਾ ਨਾਮ ਨਹੀਂ ਜਪਿਆ ਉਹ ਵੱਡੇ ਚੋਰ ਹਨ। ਤਸਕਰ ਨਾਮ ਹੈ ਚੋਰ ਦਾ। ਤੇ ਮਹਾਰਾਜ ਚੋਰ ਕਿਸ ਤਰ੍ਹਾਂ? ਚੋਰ ਹੁੰਦਾ ਹੈ ਕਿ ਜਿਹੜਾ ਕਿਸੇ ਦੀ ਵਸਤੂ ਚੁਰਾਈ ਜਾਵੇ। ਸਾਨੂੰ ਕੀਮਤੀ ਸਵਾਸ ਮਿਲੇ ਸਨ ਨਾਮ ਜਪਣ ਵਾਸਤੇ, ਇਹਨਾਂ ਨੂੰ ਸਫਲਿਆਂ ਕਰਨ ਵਾਸਤੇ ਸੰਗਤ ਕਰਨੀ ਸੀ, ਪਰ ਨਾ ਸੰਗਤ ਕੀਤੀ, ਨਾ ਸਿਮਰਨ ਕੀਤਾ, ਨਾ ਬਾਣੀ ਦਾ ਅਭਿਆਸ ਕੀਤਾ, ਨਾ ਸੁਰਤ ਦਾ ਟਿਕਾ ਬਣਾਇਆ, ਤੇ ਹਮੇਸ਼ਾ ਮਾਇਆ ਦੀ ਦੌੜ ਵਿੱਚ ਲੱਗ ਕੇ ਸਾਰਾ ਜੀਵਨ ਬਤੀਤ ਕਰ ਦਿੱਤਾ। ਇਸ ਲਈ ਗੁਰਦੇਵ ਕਹਿੰਦੇ ਜੋ ਕਰਨ ਆਇਆ ਸੀ ਉਹ ਕੀਤਾ ਨਾ, ਇਸ ਲਈ ਵੱਡਾ ਚੋਰ ਹੈ। ਤੇ ਤਸਕਰ ਜੋ ਨਾਮ ਨਾ ਲੇਵੇ। ਤੇ ਅਕਿਰਤ ਘਣ ਵੀ ਉਹਨੂੰ ਹੀ ਕਿਹਾ ਜਾਂਦਾ ਹੈ ਕਿ ਪਰਮਾਤਮਾ ਨੇ ਇੰਨਾ ਕੁਝ ਦਿੱਤਾ ਤੇ ਫਿਰ ਵੀ ਇਹ ਜੀਵ ਦੀ ਬਿਰਤੀ ਹੈ। ਕੋਈ ਵਿਰਲੇ ਹੀ ਨੇ ਜਿਹੜੇ ਸ਼ੁਕਰ ਵਿੱਚ ਆਪਣਾ ਜੀਵਨ ਬਤੀਤ ਕਰਦੇ ਨੇ। ਅਸਲ ਵਿੱਚ ਜਦੋਂ ਕਹੀਏ ਸ਼ੁਕਰ ਹੈ ਤੇ ਫਿਰ ਅੰਦਰ ਦਾ ਖਿੜਾ ਵੀ ਜਿਹੜਾ ਹੈ ਉਹ ਬਣਿਆ ਰਹਿੰਦਾ ਹੈ। ਤੇ ਜੇ ਸਭ ਕੁਝ ਲੈ ਕੇ ਵੀ ਕਹੀਏ ਕਿ ਸਾਡੇ ਕੋਲ ਕੁਝ ਹੈ ਹੀ ਨਹੀਂ, ਹਾਏ ਲੁੱਟੇ ਗਏ, ਹਾਏ ਖਤਮ ਹੋ ਗਏ, ਤੇ ਫਿਰ ਜਿੰਨਾ ਮਰਜ਼ੀ ਜੀਵ ਨੂੰ ਕੁਝ ਪ੍ਰਾਪਤ ਹੋ ਜਾਵੇ ਉਹ ਅੰਦਰ ਦਾ ਟਿਕਾ, ਅੰਦਰ ਦਾ ਸਕੂਨ ਉਹਨੂੰ ਨਹੀਂ ਮਿਲਦਾ। ਇਸ ਲਈ ਉਹ ਅਕਿਰਤ ਘਣ ਨੇ। ਏਕ ਭੀ ਨਾ ਦੇ 10 ਪੀ ਹਿਰ ਲਏ ਤਉ ਮੂੜਾ ਕਹੋ ਕਹਾਂ ਕਰੇ। ਅਕਾਲ ਪੁਰਖ ਜੀ ਨੇ ਜੇ ਸੋਹਣਾ ਸਰੀਰ ਦਿੱਤਾ ਹੈ ਨਾ, ਤੇ ਸਰੀਰ ਦੇ ਵਿੱਚ ਤੰਦਰੁਸਤੀ ਦਿੱਤੀ ਹੈ, ਸੋਹਣੇ ਅੰਗ ਪ੍ਰਤੰਗ ਦਿੱਤੇ ਨੇ, ਇਸ ਤੋਂ ਵੱਡੀ ਦਾਤ ਹੋਰ ਕਿਹੜੀ ਮੰਗ ਰਹੇ ਹਾਂ। ਜਿਨ੍ਹਾਂ ਕੋਲ ਸਰੀਰ ਦੇ ਸੋਹਣੇ ਅੰਗ ਨਹੀਂ ਉਹ ਉਹਨਾਂ ਲਈ ਤਰਸਦੇ ਹਨ। ਇਸ ਲਈ ਇੱਕ ਵੀ ਹੋਰ ਨਾ ਦਵੇ, ਤੇ ਜੇ 10 ਵਿੱਚੋਂ ਕੋਈ ਅੰਗ ਹੀ ਚਲਾ ਜਾਵੇ ਤੇ ਫਿਰ ਇਹ ਜੀਵ ਕਰੇਗਾ ਕੀ। ਇਸ ਲਈ ਇਹਨੂੰ ਨਾ ਸ਼ੁਕਰਾ ਨਹੀਂ ਬਣਨਾ ਚਾਹੀਦਾ, ਸ਼ੁਕਰ ਵਿੱਚ ਆਪਣਾ ਸਮਾਂ ਬਤੀਤ ਕਰਨਾ ਚਾਹੀਦਾ। ਜਿਸ ਤਰ੍ਹਾਂ ਹਰ ਰੋਜ਼ ਕੋਈ ਮਸੀਤੇ ਜਾਣ ਵਾਲਾ ਮਸੀਤ ਦੀਆਂ ਪੌੜੀਆਂ ਚੜ੍ਹਨ ਤੋਂ ਪਹਿਲਾਂ ਖੁਦਾ ਨੂੰ ਉਲਾਂਭੇ ਦਿਆ ਕਰੇ ਕਿ ਯਾ ਖੁਦਾ ਇਹ ਸਾਰੇ ਲੋਕ ਕੋਈ ਘੋੜਿਆਂ 'ਤੇ ਚੜ੍ਹ ਕੇ ਆਵੇ, ਕੋਈ ਊਂਟ 'ਤੇ ਚੜ੍ਹ ਕੇ ਤੇਰੇ ਦਰ 'ਤੇ ਆਉਂਦਾ ਹੈ, ਤੇ ਮੇਰੇ ਪੈਰ ਵਿੱਚ ਟੁੱਟਾ ਜੋੜਾ ਹੈ, ਘੱਟੋ ਘੱਟ ਮੈਨੂੰ ਚੰਗਾ ਜੋੜਾ ਹੀ ਦੇ ਦਿੰਦਾ ਤੇ ਮੈਂ ਪਾ ਕੇ ਤੇਰੇ ਦਰ 'ਤੇ ਆਉਂਦਾ, ਨਮਾਜ਼ ਪੜ੍ਹਦਾ। ਬਸ ਇਸ ਤਰ੍ਹਾਂ ਦਾ ਨਾ ਸ਼ੁਕਰਾਪਨਾ ਇੱਕ ਦਿਨ ਮਨ ਵਿੱਚ ਰੱਖ ਕੇ ਤੁਰਿਆ ਆਵੇ। ਤੇ ਕੀ ਦੇਖਦਾ, ਜਿਹੜੀਆਂ ਮਸੀਤ ਦੀਆਂ ਪੌੜੀਆਂ ਚੜ੍ਹਨ ਲੱਗਾ ਸੀ ਉਹ ਮਸੀਤ ਦੀਆਂ ਪੌੜੀਆਂ ਉਹ ਮਨੁੱਖ ਵੀ ਚੜ੍ਹ ਰਿਹਾ ਜਿਹਦੀਆਂ ਦੋਵੇਂ ਲੱਤਾਂ ਨਹੀਂ ਸਨ, ਤੇ ਦੋਵੇਂ ਲੱਤਾਂ ਤੋਂ ਬਗੈਰ ਉਹ ਮਸੀਤ ਦੀਆਂ ਪੌੜੀਆਂ ਚੜ੍ਹਨ ਦਾ ਯਤਨ ਕਰੇ ਤੇ ਬੜਾ ਔਖਾ ਉਹ ਪੌੜੀਆਂ ਚੜ੍ਹੇ। ਉਸੇ ਵੇਲੇ ਮਨ ਵਿੱਚ ਸ਼ੁਕਰ ਆਇਆ, ਕਹਿਣ ਲੱਗਾ ਮੈਂ ਤਾਂ ਨਾ ਸ਼ੁਕਰਾ ਬਣਿਆ ਰਿਹਾ, ਯਾ ਖੁਦਾ ਤੇਰਾ ਸ਼ੁਕਰ ਹੈ, ਘੱਟੋ ਘੱਟ ਤੂੰ ਮੈਨੂੰ ਚੱਲਣ ਵਾਸਤੇ ਲੱਤਾਂ ਤੇ ਦਿੱਤੀਆਂ ਨੇ ਨਾ,
ਤੇ ਜੇ ਇਹ ਵੀ ਨਾ ਹੁੰਦੀਆਂ ਤੇ ਫਿਰ ਮੈਂ ਜੋੜੇ ਪਾਣੇ ਕਿੱਥੇ ਸੀ। ਇਸ ਲਈ ਤੈਨੂੰ ਜੋ ਕੁਝ ਮੈਨੂੰ ਦਿੱਤਾ ਹੈ ਤੇਰਾ ਸ਼ੁਕਰ ਹੈ। ਪਰ ਮਹਾਰਾਜ ਕਹਿੰਦੇ ਹਨ, ਅਕਿਰਤ ਘਣਾ ਹਰ ਵਿਸਰਿਆ। ਜਿਹੜੇ ਸਭ ਕੁਝ ਲੈ ਕੇ ਵੀ ਹਰੀ ਨੂੰ ਭੁਲਾ ਦਿੰਦੇ ਨੇ, ਜਿਹੜੇ ਨਾ ਸ਼ੁਕਰੇ ਬਣ ਜਾਂਦੇ ਨੇ, ਉਹ ਪਰਮਾਤਮਾ ਨੂੰ ਸਦਾ ਭੁਲਾਈ ਰੱਖਦੇ ਹਨ। ਜੋਨੀ ਭਰਮੇਤ। ਫਿਰ ਹਰੀ ਨੂੰ ਭੁਲਾਣ ਕਰਕੇ ਹੁੰਦਾ ਕੀ ਹੈ? ਜੋਨੀ ਭਰਮੇਤ। ਇਹ ਜੀਵ ਜਿਹੜਾ ਹੈ ਆਵਾਗਾਉਣ ਦੇ ਚੱਕਰ ਦੇ ਵਿੱਚ ਭਟਕਦਾ ਹੈ। ਮਨੁੱਖਾ ਸਰੀਰ ਲੈ ਕੇ ਨਾ ਸ਼ੁਕਰਾ ਬਣਿਆ ਸੀ, ਤੇ ਹੁਣ ਜਦੋਂ ਗੰਦਗੀ ਦਾ ਕੀੜਾ ਬਣਿਆ, ਹੁਣ ਵੀ ਤਾਂ ਸਮਾਂ ਬਤੀਤ ਕਰ ਹੀ ਰਹੇ ਹਨ। ਇਸ ਲਈ ਸ਼ੁਕਰ ਕਰਨਾ ਚਾਹੀਦਾ ਅਕਾਲ ਪੁਰਖ ਵਾਹਿਗੁਰੂ ਜੀ ਦਾ, ਤੇ ਸ਼ੁਕਰਾਨਾ ਉਹਦਾ ਨਾਮ ਜਪ ਕੇ ਕਰੀਏ। ਅਕਾਲ ਪੁਰਖ ਦੇ ਦਰ ਤੋਂ ਕੇਵਲ ਉਹਦਾ ਨਾਮ ਮੰਗੀਏ, ਕਿਉਂਕਿ ਸਭ ਕੁਝ ਤਾਂ ਦਿੱਤਾ ਹੈ, ਤੇਰਾ ਨਾਮ ਮਿਲ ਜਾਵੇ ਤੇ ਇਹ ਬੰਧਨ ਜਿਹੜੇ ਉਹ ਕੱਟੇ ਜਾਣ। ਪਰ ਜਿਹੜੇ ਨਾ ਸ਼ੁਕਰੇ ਬਣ ਕੇ ਹਰੀ ਨੂੰ ਭੁਲਾਉਂਦੇ ਨੇ, ਗੁਰਦੇਵ ਕਹਿੰਦੇ ਹਨ, ਉਹ ਜੂਨਾਂ ਵਿੱਚ ਭਟਕਦੇ ਹਨ। ਚਾਉ ਪਈ ਜੋ ਪ੍ਰਭ ਆਪੇ ਕਰਹਿ ਕਰਾਵੈ। ਹੁਣ ਇਹਨਾਂ ਸਿੱਖਾਂ ਨੇ ਸਵਾਲ ਕੀਤਾ, ਮਹਾਰਾਜ ਜੇ ਅਕਾਲ ਪੁਰਖ ਹਰੀ ਪਰਮਾਤਮਾ ਆਪ ਹੀ ਸਭ ਕੁਝ ਕਰਾਉਂਦਾ ਹੈ, ਤਉ ਹਮ ਕਰਹਿ ਜਥਾ ਮਨ ਭਾਵੈ। ਫਿਰ ਜੇ ਕਰਾ ਉਹ ਆਪ ਰਿਹਾ ਹੈ ਤੇ ਫਿਰ ਸਾਨੂੰ ਉਸ ਤਰ੍ਹਾਂ ਕਰਨਾ ਚਾਹੀਦਾ ਜਿਸ ਤਰ੍ਹਾਂ ਮਨ ਵਿੱਚ ਆਉਂਦਾ ਹੈ। ਕਈ ਵਾਰੀ ਇਹ ਸਾਡੇ ਅੰਦਰ ਵੀ ਸਵਾਲ ਉੱਠਦਾ ਹੈ। ਇਹ ਪੰਕਤੀਆਂ ਪੜ੍ਹ ਕੇ ਕਰੇ ਕਰਾਵੇ ਆਪੇ ਆਪ, ਮਾਨੋ ਕਹਿ ਕਿਛ ਨਾਹੀ ਹਾਥ। ਤੇ ਕਈ ਵਾਰੀ ਜੀਵ ਜਦੋਂ ਕੋਈ ਮਾੜਾ ਕੰਮ ਵੀ ਕਰਦਾ ਹੈ ਤੇ ਪੰਕਤੀਆਂ ਦਾ ਪ੍ਰਮਾਣ ਦੇ ਕੇ ਆਪਣੇ ਆਪ ਨੂੰ ਬਰੀ ਕਰਨ ਦਾ ਯਤਨ ਕਰਦਾ ਹੈ ਕਿ ਦੇਖੋ ਜੀ, ਕਰਾਇਆ ਤੇ ਸਭ ਕੁਝ ਪਰਮਾਤਮਾ ਨਹੀਂ ਹੈ, ਤੇ ਇਹਦੇ ਵਿੱਚ ਮੇਰਾ ਦੋਸ਼ ਕੀ? ਇਸ ਸਿੱਖਾਂ ਨੇ ਸਵਾਲ ਕੀਤਾ। ਕਹਿਣ ਲੱਗੇ, ਮਹਾਰਾਜ ਜਦੋਂ ਅਸੀਂ ਪੜ੍ਹਦੇ ਹਾਂ ਜੋ ਪ੍ਰਭ ਆਪੇ ਕਰਹਿ ਕਰਾਵੇ, ਜੇ ਪਰਮਾਤਮਾ ਸਭ ਕੁਝ ਆਪ ਹੀ ਕਰਾਉਂਦਾ ਹੈ, ਤਾਉ ਹਮ ਕਰਹਿ ਜਥਾ ਮਨ ਭਾਵੈ। ਤੇ ਫਿਰ ਜਿਸ ਤਰ੍ਹਾਂ ਮਨ ਵਿੱਚ ਆਉਂਦਾ ਸਾਨੂੰ ਉਸੇ ਤਰ੍ਹਾਂ ਕਰਨਾ ਚਾਹੀਦਾ ਹੈ। ਕਿਉਂ ਤਬ ਦੋਸ਼ ਲਗੇ ਇਸ ਪ੍ਰਾਨੀ। ਇਹ ਜੀਵ ਨੂੰ ਕਿਉਂ ਦੋਸ਼ ਲੱਗਦਾ ਹੈ? ਆਪਾਂ ਕਹਿੰਦੇ ਆ ਕੋਈ ਮਾੜਾ ਕੰਮ ਹੋ ਜਾਵੇ ਤੇ ਕਹਿੰਦੇ ਆ ਜੀਵ ਦੋਸ਼ੀ ਹੈ। ਜੇ ਇੱਥੇ ਸਜ਼ਾ ਨਾ ਮਿਲੇ ਤੇ ਬੰਦਾ ਕਹਿੰਦਾ ਕੋਈ ਨਾ, ਰੱਬ ਤਾਂ ਦੇਖਦਾ ਹੀ ਹੈ ਨਾ। ਪਰ ਲੋਕ ਵਿੱਚ ਤੈਨੂੰ ਸਜ਼ਾ ਜ਼ਰੂਰ ਮਿਲੇਗੀ। ਰੱਤੀਓਂ ਮਾਸਾ ਤੋਲ ਕਢਾਵਣੇ, ਉੱਥੇ ਤਾਂ ਨਹੀਂ ਬਚੇਗਾ। ਉੱਥੇ ਤਾਂ ਇੱਕ ਇੱਕ ਕੱਲੇ ਕੱਲੇ ਕਰਮਾਂ ਦਾ ਹਿਸਾਬ ਹੋਵੇਗਾ। ਤੇ ਜੇ ਪਰਮਾਤਮਾ ਕਰ ਰਿਹਾ ਹੈ ਤੇ ਫਿਰ ਮਹਾਰਾਜ ਜੀਵ ਨੂੰ ਦੋਸ਼ ਕਿਉਂ ਲੱਗਦਾ ਹੈ? ਜੇ ਕਰਮਨ ਫਲ ਭੁਗਤ ਹੈ ਜਾਨੀ। ਫਿਰ ਇਹ ਪੰਕਤੀਆਂ ਵੀ ਪੜ੍ਹਦੇ ਹਾਂ, ਜਿਹਾ ਜੈਸਾ ਬੀਜੈ ਸੋ ਲਾਉਣਾ। ਜਿਹੋ ਜਿਹਾ ਜੀਵ ਵੱਢਦਾ ਹੈ, ਬੀਜਦਾ ਹੈ, ਉਹ ਵੱਢਦਾ ਹੈ। ਤੇ ਫਿਰ ਜੇ ਕਰਮਾਂ ਦਾ ਫਲ ਜੀਵ ਭੋਗ ਰਿਹਾ ਹੈ, ਤਉ ਵਿਚਾਰ ਕਰ ਕਰਮ ਕਰੀਜੈ। ਫਿਰ ਸਾਨੂੰ ਵਿਚਾਰ ਕੇ ਸੋਚ ਸਮਝ ਕੇ ਚੰਗੇ ਕਰਮ ਕਰਨੇ ਚਾਹੀਦੇ ਹਨ। ਸ਼ੁਭ ਕੋ ਧਰੇ ਅਸ਼ੁਭ ਤਜ ਦੀਜੈ। ਫਿਰ ਸਾਨੂੰ ਸਮਝਣਾ ਚਾਹੀਦਾ ਹੈ ਚੰਗਿਆਂ ਦਾ ਫਲ ਚੰਗਾ ਤੇ ਮਾੜਿਆਂ ਦਾ ਮਾੜਾ। ਫਿਰ ਸਾਨੂੰ ਚੰਗੇ ਕਰਮ ਕਰਨੇ ਚਾਹੀਦੇ ਨੇ ਤੇ ਮਾੜਿਆਂ ਦਾ ਤਿਆਗ ਕਰਨਾ ਚਾਹੀਦਾ ਹੈ। ਕਰੀ ਆਪ ਕੀ ਸਗਰੀ ਬਾਣੀ। ਮਹਾਰਾਜ ਇਹ ਸਾਰੀ ਤੁਹਾਡੀ ਉਚਾਰਨ ਕੀਤੀ ਬਾਣੀ ਹੈ ਨਾ। ਇਹ ਵੀ ਪੰਕਤੀਆਂ ਤੁਹਾਡੀਆਂ, ਕਰੇ ਕਰਾਵੇ ਆਪੇ ਆਪ। ਤੇ ਇਹ ਵੀ ਪੰਕਤੀਆਂ ਤੁਹਾਡੀਆਂ, ਜੈਸਾ ਬੀਜਾ ਸੋ ਲਾਉਣਾ। ਜੋ ਬੀਜਾਂਗੇ ਉਹ ਵੱਢਾਂਗੇ। ਤੇ ਮਹਾਰਾਜ ਇਹ ਤੁਹਾਡੀ ਉਚਾਰੀ ਹੋਈ ਬਾਣੀ ਹੈ। ਕਿਸ ਕੋ ਧਰੇ ਸ਼੍ਰੇ ਲਹਿ ਪ੍ਰਾਨੀ। ਕਿਹੜੇ ਬਚਨਾਂ ਦੀ ਅਸੀਂ ਕਮਾਈ ਕਰੀਏ ਜਿਹਦੇ ਨਾਲ ਸਾਡੀ ਸ਼੍ਰੇ ਦਾ ਅਰਥ ਹੁੰਦਾ ਕਲਿਆਣ ਹੋ ਜਾਵੇ, ਸਾਡਾ ਉਧਾਰ ਹੋ ਜਾਵੇ। ਮਹਾਰਾਜ ਕਿਰਪਾ ਕਰਕੇ ਸਾਨੂੰ ਉਪਦੇਸ਼ ਦੇਵੋ। ਸ਼੍ਰੀ ਅਰਜਨ ਤਬ ਉੱਤਰ ਦਿਓ। ਇਹਨਾਂ ਦੀ ਬੇਨਤੀ ਸੁਣ ਕੇ ਗੁਰੂ ਸਾਹਿਬ ਜੀ ਨੇ ਉੱਤਰ ਦਿੱਤਾ। ਸ਼੍ਰੀ ਗ੍ਰੰਥ ਸਾਹਿਬ ਗੁਰ ਕੀਓ। ਮਹਾਰਾਜ ਕਹਿੰਦੇ ਗੁਰਸਿੱਖਾਂ ਦੇ ਉਧਾਰ ਵਾਸਤੇ, ਕਲਿਆਣ ਵਾਸਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ, ਇਹਦੇ ਲੜ ਸਿੱਖਾਂ ਨੂੰ ਲਾਇਆ ਹੈ। ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਕੀਤਾ ਹੈ। ਕਾਰਨ ਕਰਨ ਕੇਰ ਕਲਿਆਣ। ਤੇ ਕਾਰਨ ਕਰਨ ਕੇ ਕਲਿਆਣ। ਜਿਹੜੇ ਜੀਵ ਬਾਣੀ ਨੂੰ ਪੜ੍ਹਨਗੇ, ਬਾਣੀ ਦੀ ਵਿਚਾਰ ਕਰਨਗੇ ਤੇ ਬਾਣੀ ਉਹਨਾਂ ਦਾ ਉਧਾਰ ਕਰੇਗੀ। ਬਾਣੀ ਸਿੱਖਾਂ ਦਾ ਗੁਰੂ ਹੈ, ਜਿਹੜੀ ਗੁਰੂ ਸਾਹਿਬਾਨਾਂ ਦੀ ਉਚਾਰੀ ਹੈ ਤੇ ਸਿੱਖਾਂ ਦੇ ਕਲਿਆਣ ਕਰਨ ਵਾਸਤੇ ਸਿੱਖਾਂ ਨੂੰ ਬਾਣੀ ਦੇ ਲੜ ਲਾਇਆ ਹੈ। ਪਟੇ ਕਮਾਵੇ ਸੁਨਹਿ ਸੁਜਾਨ। ਜਿਹੜੇ ਵੀ ਸੁਜਾਨ ਚਤੁਰ ਸਿਆਣੇ ਬਣ ਕੇ ਬਾਣੀ ਨੂੰ ਪੜ੍ਹਨਗੇ, ਸੁਣਨਗੇ, ਫਿਰ ਉਹਦੀ ਕਮਾਈ ਕਰਨਗੇ। ਕਿਉਂਕਿ ਬਾਣੀ ਨੂੰ ਸੁਣਨਾ ਤੇ ਪੜ੍ਹਨਾ ਇਹ ਵੀ ਬਹੁਤ ਕਠਿਨ ਔਖਾ ਕੰਮ ਹੈ। ਆਖਣ ਔਖਾ ਸਾਚਾ ਨਾ, ਪਰ ਉਸ ਤੋਂ ਵੀ ਔਖਾ ਹੈ ਬਾਣੀ ਨੂੰ, ਉਪਦੇਸ਼ ਨੂੰ ਆਪਣੇ ਹਿਰਦੇ 'ਚ ਵਸਾ ਲੈਣਾ, ਉਹਦੀ ਕਮਾਈ ਕਰਨੀ। ਇਸ ਲਈ ਗੁਰਦੇਵ ਕਹਿੰਦੇ ਜਿਹੜੇ ਚਤੁਰ ਸਿਆਣੇ ਬਣ ਕੇ
ਕਿਉਂਕਿ ਸਿਆਣੇ ਤਾਂ ਉਹੀ ਨੇ ਨਾ। ਅਸਲ ਵਿੱਚ ਸਮਾਜ ਦੇ ਵਿੱਚ ਬੰਦਾ ਸਿਆਣਾ ਉਹਨੂੰ ਕਹਿੰਦਾ ਹੈ ਜਿਹੜਾ ਧੋਖਾ ਕਰਨਾ ਜਾਣਦਾ ਹੈ, ਹੇਰਾ ਫੇਰੀ ਕਰਨਾ ਜਾਣਦਾ ਹੈ, ਛਲ ਫਰੇਬ ਦੀਆਂ ਗੱਲਾਂ ਜਾਣਦਾ ਹੈ, ਤੇ ਬੰਦਾ ਕਹਿੰਦਾ ਦੇਖੋ ਕਿੰਨਾ ਸਿਆਣਾ ਹੈ। ਕਿਸ ਤਰ੍ਹਾਂ ਸੋਹਣੀਆਂ ਸੋਹਣੀਆਂ ਗੱਲਾਂ ਸੁਣਾ ਕੇ ਤੇ ਆਪਣੇ ਆਪ ਨੂੰ ਉਹਨੇ ਬਰੀ ਕਰ ਲਏ। ਤੇ ਇਸ ਤਰ੍ਹਾਂ ਦੇ ਲੋਕ ਸਾਨੂੰ ਬਹੁਤੇ ਦਿਖ ਜਾਂਦੇ ਨੇ ਕਿ ਜਿਹੜੇ ਗੱਲਾਂ ਕਰਨ ਵਿੱਚ ਬੜੇ ਚਤੁਰ ਤੇ ਬੜੇ ਸਿਆਣੇ ਨੇ, ਪਰ ਕਮਾਈ ਕਰਨ ਵਾਲੇ ਕੋਈ ਵਿਰਲੇ ਹਨ। ਉਹ ਅਕਾਲ ਪੁਰਖ ਵਾਹਿਗੁਰੂ ਜੀ ਦੇ ਦਰ ਦੇ ਉੱਤੇ ਤਾਂ ਜਿਨ੍ਹਾਂ ਨੇ ਕਮਾਈ ਕੀਤੀ ਹੈ, ਜਿਨ੍ਹਾਂ ਨੇ ਅਮਲ ਕੀਤਾ ਹੈ, ਉਹਨਾਂ ਦੀ ਝੋਲੀ ਵਿੱਚ ਫਲ ਪੈਣਾ ਹੈ। ਤਿੰਨ ਮੁਖ ਟਿੱਕੇ ਨਿਕਲੇ ਜਿਨ ਮਨ ਸੱਚਾ ਨਾਉ, ਨਾ ਕਿ ਗੱਲਾਂ ਵਾਲਿਆਂ ਨੇ। ਇਸ ਲਈ ਜਿਹੜੇ ਚਤੁਰ ਸਿਆਣੇ ਕੌਣ ਨੇ ਮਹਾਰਾਜ ਦੀ ਨਿਗਾਹ ਦੇ ਵਿੱਚ, ਨਜ਼ਰ ਵਿੱਚ? ਉਹ ਸਿਆਣੇ ਨੇ ਜਿਹੜੇ ਗੁਰੂ ਦੇ ਉਪਦੇਸ਼ ਨੂੰ ਸੁਣ ਕੇ ਉਹਦੀ ਕਮਾਈ ਕਰ ਲੈਂਦੇ। ਸੋ ਸਮਾਜ ਦੀਆਂ ਗੱਲਾਂ ਭਾਵੇਂ ਉਹ ਨਹੀਂ ਬਹੁਤੀਆਂ ਜਾਣਦੇ, ਭੋਲਾ ਭਾਉ ਗੋਬਿੰਦ ਮਿਲਾਵੇ, ਉੱਪਰੋਂ ਭਾਵੇਂ ਭੋਲੇ ਬਣ ਕੇ ਰਹਿੰਦੇ ਨੇ, ਪਰ ਹਿਰਦੇ ਕਰਕੇ ਪਰਮਾਤਮਾ ਨਾਲ ਜੁੜੇ ਹੋਣ ਕਰਕੇ ਕਮਾਈ ਕਰਦੇ ਨੇ। ਮਹਾਰਾਜ ਕਹਿੰਦੇ ਉਹ ਸਿਆਣੇ ਬਣ ਕੇ ਗੁਰੂ ਦੇ ਉਪਦੇਸ਼ ਨੂੰ ਸੁਣਦੇ ਨੇ, ਬਾਣੀ ਨੂੰ ਪੜ੍ਹਦੇ ਨੇ, ਫਿਰ ਉਹਦੀ ਕਮਾਈ ਕਰਦੇ ਹਨ। ਅਧਿਕਾਰਨ ਪਰ ਸ਼ਬਦ ਬਣਾਏ। ਗੁਰਦੇਵ ਕਹਿੰਦੇ ਐਸੇ ਅਧਿਕਾਰੀਆਂ ਦੇ ਉੱਤੇ ਇਹ ਬਾਣੀ ਦੇ ਸ਼ਬਦ ਜਿਹੜੇ ਉਚਾਰੇ ਹਨ। ਜਸ ਅਧਿਕਾਰੀ ਤਥਾ ਕਮਾਏ। ਜਿਸ ਤਰ੍ਹਾਂ ਦਾ ਅਧਿਕਾਰੀ ਹੋਵੇ ਉਸ ਤਰ੍ਹਾਂ ਦੇ ਸ਼ਬਦ ਦੀ ਕਮਾਈ ਕਰੇ। ਸਭ ਅਧਿਕਾਰਨ ਕੇ ਗੁਰ ਸਿੱਖ ਹੈ। ਜਿਹੜੇ ਗੁਰੂ ਕੇ ਸਿੱਖ ਹਨ ਹਰ ਤਰ੍ਹਾਂ ਦਾ ਅਧਿਕਾਰ ਰੱਖਦੇ ਹਨ। ਗ੍ਰਹਿਣ ਕਰੈ ਜਿਮ ਨਿਜ ਮਤ ਪਿਖ ਹੈ। ਜਦੋਂ ਚੰਗੀ ਮਤ ਅਨੁਸਾਰ ਵਿਚਾਰ ਕਰਦੇ ਨੇ ਤੇ ਫਿਰ ਉਹਨਾਂ ਗੁਣਾਂ ਨੂੰ ਗ੍ਰਹਿਣ ਕਰਦੇ ਹਨ। ਸਤ ਸੰਗਤ ਮੈਂ ਜੋ ਨਹਿਰਾਤੇ। ਜਿਹੜੇ ਸਤ ਸੰਗਤ ਨਹੀਂ ਕਰਦੇ, ਜਿਨ੍ਹਾਂ ਦੇ ਮਨ ਗੁਰੂ ਕੀ ਸੰਗਤ ਵਿੱਚ ਨਹੀਂ ਰੰਗੇ ਗਏ। ਗ੍ਰਸਤ ਫਸੇ ਕੈ ਰਾਜ ਕਮਾਤੇ। ਗ੍ਰਸਤ ਵਿੱਚ ਫਸ ਕੇ ਤੇ ਗ੍ਰਸਤ ਫਸੇ ਤੈ ਕੈ ਰਾਜ ਕਮਾਤੇ, ਜਾਂ ਫਿਰ ਜਿਹੜੇ ਰਾਜ ਭਾਗ ਸੰਭਾਲੀ ਬੈਠੇ ਨੇ। ਹੁਣ ਰਾਜ ਇੱਥੇ ਮਾੜਾ ਨਹੀਂ, ਪਰ ਉਹਨਾਂ ਚਿਰ ਮਾੜਾ ਨਹੀਂ ਜਿੰਨਾ ਚਿਰ ਰਾਜ ਭਾਗ ਸੰਭਾਲ ਕੇ ਗ੍ਰਸਤ ਵਿੱਚ ਰਹਿ ਕਰਕੇ ਪ੍ਰਮਾਤਮਾ ਦੇ ਨਾਲ ਜੀਵ ਜੁੜਿਆ ਰਹੇ, ਉਹਦੀਆਂ ਦਿੱਤੀਆਂ ਦਾਤਾਂ ਦਾ ਸ਼ੁਕਰਾਨਾ ਕਰਦਾ ਰਹੇ, ਤੇ ਉਹ ਰਾਜ ਵੀ ਭਲਾ ਹੈ, ਸਫਲਾ ਹੈ। ਜਿਸ ਤਰ੍ਹਾਂ ਆਪਾਂ ਕੱਲ੍ਹ ਦੇ ਦੀਵਾਨ ਵਿੱਚ ਵਿਚਾਰ ਕੀਤੀ ਸੀ, ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ, ਜਿਨ੍ਹਾਂ ਦੇ ਰਾਜ ਦੇ ਵਿੱਚ ਹਰ ਥਾਂ ਦੇ ਉੱਤੇ ਧਰਮ ਦਿਸਦਾ ਸੀ ਕਿ ਧਰਮ ਕੀ ਹੈ। ਹਰੇਕ ਬੰਦੇ ਨੂੰ, ਹਰੇਕ ਧਰਮ ਵਾਲੇ ਨੂੰ, ਹਰੇਕ ਜਾਤੀ ਵਾਲੇ ਨੂੰ ਪੂਰਾ ਅਧਿਕਾਰ ਸੀ। ਐਸੇ ਜਿਨ੍ਹਾਂ ਨੇ ਰਾਜ ਕਮਾਏ ਹਨ ਉਹਨਾਂ ਦਾ ਰਾਜ ਭਾਗ ਵੀ ਸਫਲਾ ਹੈ ਕਿ ਮੇਰੇ ਰਾਜ ਦੇ ਵਿੱਚ ਕੋਈ ਵੀ ਦੁਖੀ ਨਾ ਰਹੇ, ਭੁੱਖਾ ਨਾ ਰਹੇ, ਨੰਗਾ ਨਾ ਰਹੇ। ਜੇ ਇਸ ਤਰ੍ਹਾਂ ਦੀ ਵਿਚਾਰ ਰਾਜਾ ਕਰੇ ਤੇ ਉਹ ਰਾਜਾ ਧਰਮੀ ਹੈ ਤੇ ਉਹਦਾ ਰਾਜ ਭਾਗ ਵੀ ਫਲਦਾ ਹੈ। ਪਰ ਨਹੀਂ ਤਾਂ ਬਹੁਤਿਆਂ ਵਾਸਤੇ ਤਾਂ ਇਹੋ ਹੀ ਗੱਲ ਸੁਣਦੇ ਹਾਂ, ਤਪੋਂ ਰਾਜ ਤੇ ਰਾਜੋਂ ਨਰਕ। ਕਿਉਂਕਿ ਤਪ ਕਰਕੇ ਰਾਜ ਮਿਲਦਾ ਹੈ, ਤੇ ਜਦੋਂ ਕੋਈ ਰਾਜ ਗੱਦੀ ਪ੍ਰਾਪਤ ਹੋ ਜਾਂਦੀ ਹੈ ਤੇ ਫਿਰ ਉਹ ਉਤਾਂਹ ਦੇਖਦਾ ਹੈ, ਫਿਰ ਹੇਠਾਂ ਵੱਲ ਨਹੀਂ ਦੇਖਦਾ। ਫਿਰ ਉਹ ਗਰੀਬਾਂ ਦੇ ਉੱਤੇ ਜ਼ੁਲਮ ਵੀ ਕਰਦਾ ਹੈ, ਨਿਮਾਣਿਆਂ ਦੇ ਉੱਤੇ, ਨਤਾਣਿਆਂ 'ਤੇ ਉਹ ਆਪਣਾ ਜ਼ੋਰ ਚਲਾਉਂਦਾ ਹੈ। ਉਹਨਾਂ ਬਾਬਤ ਗੁਰਦੇਵ ਕਹਿੰਦੇ ਨੇ, ਗਰੀਬਾਂ ਉੱਪਰ ਜੇ ਖਿੰਝੈ ਦਾੜੀ, ਪਾਰ ਬ੍ਰਹਮਸਾ ਅਗਨ ਮੈਂ ਸਾੜੀ। ਇਸੇ ਲਈ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਨੂੰ ਜਦੋਂ ਮਹਾਰਾਜੇ ਦਾ ਖਿਤਾਬ ਮਿਲਿਆ 1801 ਲਾਹੌਰ ਦੀ ਧਰਤੀ 'ਤੇ, ਸਾਰਾ ਪੰਥ ਇਕੱਤਰ ਹੋਇਆ, ਸਾਰੇ ਆਗੂ ਇਕੱਠੇ ਹੋਏ। ਬਾਬਾ ਸਾਹਿਬ ਸਿੰਘ ਜੀ ਬੇਦੀ ਕਮਾਈ ਵਾਲੇ ਸਨ, ਗਿਆਨੀ ਗੁਰਮੁਖ ਸਿੰਘ ਜੀ ਗ੍ਰੰਥੀ ਸਨ। ਉੱਥੇ ਉਹਨਾਂ ਨੇ ਅਰਦਾਸ ਕਰਨੀ ਸੀ ਤੇ ਮਹਾਰਾਜਾ ਰਣਜੀਤ ਸਿੰਘ ਜੀ ਨੇ ਗਲ ਵਿੱਚ ਪੱਲਾ ਪਾ ਕੇ ਗਿਆਨੀ ਗੁਰਮੁਖ ਸਿੰਘ ਜੀ ਨੂੰ ਬੇਨਤੀ ਕੀਤੀ। ਕਹਿਣ ਲੱਗੇ, ਮੇਰੀ ਗੁਰੂ ਚਰਨਾਂ ਵਿੱਚ ਅਰਦਾਸ ਕਰਿਓ ਕਿ ਮੈਨੂੰ ਉੱਥੇ ਜਿੱਤ ਪ੍ਰਾਪਤ ਹੋਵੇ ਜਿਹੜੀ ਜਿੱਤ ਲੈ ਕੇ ਮੈਂ ਗੁਰਮਤਿ ਦਾ ਧਾਰਨੀ ਰਹਿ ਸਕਾਂ, ਗੁਰੂ ਦੇ ਦਰ ਦੀ ਸੇਵਾ ਕਰ ਸਕਾਂ, ਮੈਂ ਪੰਥ ਦੀ ਸੇਵਾ ਕਰ ਸਕਾਂ, ਪ੍ਰਜਾ ਦੀ ਸੇਵਾ ਕਰ ਸਕਾਂ। ਉਹ ਜਿੱਤ ਮੈਨੂੰ ਨਾ ਪ੍ਰਾਪਤ ਹੋਵੇ ਜਿਹਦੇ ਨਾਲ ਸਿੱਖੀ ਨੂੰ ਖੌਰਾ ਲੱਗੇ। ਐਸੇ ਧਰਮੀ ਰਾਜੇ ਹੋਏ, ਪਰ ਬਹੁਤਾਤ ਰਾਜਿਆਂ ਦੀ ਗੱਲ ਕੀਤੀ ਗੁਰਦੇਵ ਨੇ। ਤੇ ਕਲ ਕਾਤੀ ਰਾਜੇ ਕਾ ਸਾਈ, ਧਰਮ ਪੰਖ ਕਰ ਉਡਰਿਆ, ਕੂੜ ਅਮਾਵਸ ਸੱਚ ਚੰਦਰਮਾ ਦੀਸੈ ਨਾਹੀ ਕਹਿ ਚੜਿਆ, ਹਉ ਭਾਲ ਵਿਕੁੰਨੀ ਹੋਈ ਆਧੇਰੈ ਰਾਹੂ ਨਾ ਕੋਈ। ਇਸ ਤਰ੍ਹਾਂ ਦੇ ਰਾਜੇ ਜਿਹੜੇ ਨੇ ਅਧਰਮੀ, ਉਹਨਾਂ ਬਾਰੇ ਗੁਰਦੇਵ ਕਹਿੰਦੇ ਹਨ ਜਿਹੜੇ ਰਾਜ ਭਾਗ ਵਿੱਚ ਫਸ ਜਾਂਦੇ ਨੇ। ਗ੍ਰਸਤ ਵੀ ਸਭ ਤੋਂ ਉੱਤਮ ਹੈ। ਜੇ ਗ੍ਰਸਤੀ
ਅਕਾਲ ਪੁਰਖ ਦੇ ਨਾਲ ਜੁੜਿਆ ਰਹੇ। ਦੋਵੇਂ ਪਤੀ ਪਤਨੀ ਜੁੜ ਕੇ ਸਿੱਖ ਸਿੱਖਣੀ ਮਿਲ ਬਹਿ ਚਰਚਾ ਕਰੇ ਅਪਾਰ। ਭਜਨ ਸਿਖਾਏ ਪੁੱਤਰ ਕੋ ਹਰ ਭਜ ਬਾਰੰਬਾਰ। ਜਿੱਥੇ ਆਪ ਅੰਮ੍ਰਿਤ ਵੇਲੇ ਉੱਠੇ ਉੱਥੇ ਆਪਣੇ ਬੱਚਿਆਂ ਨੂੰ ਵੀ ਬਿਠਾਇਆ, ਜਪਜੀ ਸਾਹਿਬ ਪੜ੍ਹਿਆ ਤੇ ਬੱਚਿਆਂ ਨੂੰ ਵੀ ਸੁਣਾਇਆ। ਆਪ ਸੰਗਤ ਕੀਤੀ, ਬੱਚਿਆਂ ਨੂੰ ਵੀ ਨਾਲ ਜੋੜਿਆ। ਦਸਾਂ ਨੋਹਾਂ ਦੀ ਕਿਰਤ ਕਮਾਈ ਕਰਕੇ ਉਹਦੇ ਵਿੱਚੋਂ ਲੰਗਰ ਤਿਆਰ ਕਰਕੇ ਲੋੜਵੰਦਾਂ ਨੂੰ ਵੀ ਛਕਾਇਆ ਤੇ ਉਹ ਗ੍ਰਸਤ ਭਲਾ ਹੈ। ਪਰ ਜੇ ਗ੍ਰਸਤ ਵਿੱਚ ਇੰਨੇ ਜ਼ਿਆਦਾ ਫਸ ਗਏ ਕਿ ਸਾਡੇ ਕੋਲ ਸਮਾਂ ਹੀ ਨਹੀਂ ਸੀ ਜੀ ਬੰਦਗੀ ਕਰਨ ਦਾ, ਨਿਤਨੇਮ ਕਰਨ ਦਾ, ਜਪਜੀ ਸਾਹਿਬ ਪੜ੍ਹਨ ਦਾ, ਉਹਨਾਂ ਬਾਰੇ ਗੁਰਦੇਵ ਕਹਿੰਦੇ ਨੇ ਜਿਹੜੇ ਰਾਜ ਵਿੱਚ ਫਸੇ ਨੇ, ਗ੍ਰਸਤ ਵਿੱਚ ਫਸੇ ਹਨ, ਸੰਗਤ ਵਿੱਚ ਕਦੇ ਆਏ ਨਹੀਂ, ਸੰਗਤ ਦੇ ਨਾਲ ਆਪਣਾ ਮਨ ਨਹੀਂ ਜੋੜਿਆ, ਪਾਪ ਰੋ ਪੁੰਨ ਕਰਹਿ ਬਹੁ ਬੇਰ। ਤੇ ਬਹੁਤ ਵਾਰ ਪਾਪ ਅਤੇ ਪੁੰਨ ਕਰਦੇ ਨੇ। ਭਾਵ ਕੋਈ ਇੱਛਾ ਲੈ ਕੇ ਮਾੜਾ ਮੋਟਾ ਧਰਮ ਦਾ ਕਰਮ ਕਰ ਦੇਣਾ, ਉਹਨੂੰ ਕਹਿੰਦੇ ਨੇ ਪੁੰਨ। ਤੇ ਪਾਪ ਤਾਂ ਆਪਾਂ ਸਾਰੇ ਜਾਣਦੇ ਹੀ ਹਾਂ, ਕਈ ਪ੍ਰਕਾਰ ਦੇ ਹਨ। ਸਰੀਰ ਦੇ, ਮਨ ਦੇ, ਸਰੀਰ ਦੇ ਕਈ ਪ੍ਰਕਾਰ ਦੇ ਪਾਪ ਸਾਰਿਆਂ ਨੂੰ ਪਤਾ ਨੇ, ਪਰ ਮਨ ਦੇ ਵੀ ਪਾਪ ਹਨ। ਮਨ ਕਰਕੇ ਕਿਸੇ ਦਾ ਬੁਰਾ ਸੋਚੀ ਜਾਣਾ, ਮਨ ਕਰਕੇ ਕਿਸੇ ਨੂੰ ਬੁਰਾ ਕਹੀ ਜਾਣਾ, ਮਨ ਕਰਕੇ ਕਿਸੇ ਦਾ ਕੋਈ ਕੰਮ ਬਣਦਾ ਹੋਇਆ ਵਿਗਾੜਨ ਦਾ ਯਤਨ ਕਰਨਾ, ਇਹ ਕਈ ਪ੍ਰਕਾਰ ਦੇ ਪਾਪ ਹਨ। ਉਹਨਾਂ ਪਾਪਾਂ ਵਿੱਚ ਫਸੇ ਹਨ। ਸੋ ਅਧਿਕਾਰੀ ਇਸ ਤੁਕ ਬੇਕੇਰ। ਗੁਰਦੇਵ ਕਹਿੰਦੇ ਹਨ ਉਹ ਇਸ ਤੁਕ ਦੇ ਅਧਿਕਾਰੀ ਹਨ। ਜਿਹੜੀ ਤੁਕ ਤੁਸੀਂ ਪੜ੍ਹੀ ਹੈ ਨਾ, ਪਹਿਲਾਂ ਕਿਹਾ ਕਿ ਜਿਹਾ ਬੀਜੈ ਜੈਸਾ ਬੀਜੈ, ਪਹਿਲਾਂ ਕਿਹਾ ਕਰੇ ਕਰਾਵੇ ਆਪੇ ਆਪ, ਤੇ ਫਿਰ ਕਹਿ ਦਿੱਤਾ ਜੈਸਾ ਬੀਜਾ ਸੋ ਲੁਣੈ। ਇਹ ਮਹਾਰਾਜ ਦੋਵੇਂ ਤੁਕਾਂ ਆਪ ਜੀ ਦੀਆਂ ਨੇ, ਤੁਹਾਡੇ ਉਚਾਰੇ ਸ਼ਬਦ ਨੇ, ਤੇ ਫਿਰ ਦੋਨਾਂ ਵਿੱਚ ਕੀ ਆਪਾਂ ਭੇਦ ਸਮਝੀਏ। ਮਹਾਰਾਜ ਕਹਿੰਦੇ ਜਿਸ ਤਰ੍ਹਾਂ ਦਾ ਕੋਈ ਅਧਿਕਾਰੀ ਹੈ ਉਹਦੇ ਪ੍ਰਤੀ ਇਹ ਬਚਨ ਉਚਾਰੇ। ਜਿਹੜੇ ਪਾਪਾਂ ਪੁੰਨਾਂ ਵਿੱਚ ਫਸੇ ਨੇ, ਗ੍ਰਸਤ ਵਿੱਚ ਰਾਜ ਭਾਗ 'ਚ ਰਹਿ ਕੇ ਬਹੁਤੇ ਪਾਪ ਕਰਦੇ ਹਨ, ਉਹਨਾਂ ਪ੍ਰਤੀ ਮਹਾਰਾਜ ਕਹਿੰਦੇ ਸ਼ਬਦ ਉਚਾਰੇ ਹਨ। ਜਿਹਾ ਬੀਜੈ ਸੋ ਲੁਣੈ ਕਰਮਾ ਸੰਦੜਾ ਖੇਤ। ਜਿਹੋ ਜਿਹਾ ਉਹ ਬੀਜੇਗਾ ਉਹੋ ਜਿਹਾ ਉਹਨੂੰ ਫਲ ਮਿਲੇਗਾ। ਕਰਮਾ ਸੰਦੜਾ ਖੇਤ, ਸਰੀਰ ਕਰਮਾਂ ਦਾ ਹੀ ਖੇਤ ਹੈ। ਇਹ ਮਹਾਰਾਜ ਕਹਿੰਦੇ ਉਹਨਾਂ ਅਧਿਕਾਰੀਆਂ ਲਈ ਹੈ ਇਹ ਤੁਕ। ਕਿਹੜੀ ਤੁਕ? ਕਈ ਵਾਰੀ ਆਪਾਂ ਸੁਣਦੇ ਹਾਂ ਤੇ ਨਾ ਸਮਝ ਹੋਣ ਕਰਕੇ ਤੇ ਫਿਰ ਬੰਦਾ ਕਹਿੰਦਾ ਕਿ ਕੋਈ ਗੱਲ ਨਹੀਂ, ਮਾੜਾ ਕੰਮ ਵੀ ਇਹ ਸਾਰਾ ਕੁਝ ਪਰਮਾਤਮਾ ਹੀ ਕਰੀ ਜਾ ਰਿਹਾ ਤੇ ਸਾਨੂੰ ਦੋਸ਼ ਕਿਉਂ ਮਿਲ ਰਹੇ। ਪਰ ਮਹਾਰਾਜ ਕਹਿੰਦੇ ਸਾਰੀਆਂ ਤੁਕਾਂ ਇੱਕ ਪਾਸੇ ਨਾ ਲਾਈਏ। ਜਿਸ ਤਰ੍ਹਾਂ ਦਾ ਕੋਈ ਅਧਿਕਾਰੀ ਹੈ ਉਸ ਤਰ੍ਹਾਂ ਉਹਨੂੰ ਉਪਦੇਸ਼ ਦਿੱਤਾ ਹੈ। ਜਿਹੜੇ ਗ੍ਰਸਤ ਵਿੱਚ ਫਸੇ ਨੇ, ਪਾਪ ਪੁੰਨ ਕਰਦੇ ਨੇ, ਉਹਨਾਂ ਪ੍ਰਤੀ ਮਹਾਰਾਜ ਕਹਿੰਦੇ ਬਚਨ ਹਨ ਜਿਹਾ ਬੀਜੈ ਸੋ ਲੁਣੈ ਕਰਮਾ ਸੰਦੜਾ ਖੇਤ। ਜੋ ਬੀਜੇਗਾ ਉਹ ਵੱਢੇਗਾ, ਕਿਉਂਕਿ ਸਰੀਰ ਇੱਕ ਖੇਤ ਹੈ, ਕਰਮ ਬੀਜ ਹੈ। ਜੇ ਬੀਜ ਖੇਤ ਵਿੱਚ ਬੀਜ ਦਿੱਤਾ, ਅੱਜ ਨਹੀਂ ਤਾਂ ਕੱਲ੍ਹ ਸਮਾਂ ਪਾ ਕੇ ਉੱਗੇਗਾ ਜ਼ਰੂਰ। ਅਸੀਂ ਗ੍ਰਸਤੀ ਹਾਂ, ਕਾਰੋਬਾਰੀ ਹਾਂ, ਸੋ ਝੂਠ ਸੱਚ ਵੀ ਬੋਲ ਲਈਦਾ ਕੰਮ ਕਰਨ ਲੱਗੇ ਹਾਂ, ਕਿਉਂਕਿ ਕਹਿੰਦੇ ਆ ਕੰਮ ਦੇ ਵਿੱਚ ਝੂਠ ਬੋਲੇ ਜਾਂਦੇ। ਤੇ ਫਿਰ ਸਾਡੇ ਲਈ ਮਹਾਰਾਜ ਨੇ ਕਹਿ ਦਿੱਤਾ ਜਿਹਾ ਬੀਜਾ ਸੋ ਲੁਣੈ ਕਰਮਾ ਸੰਦੜਾ ਖੇਤ। ਇਹ ਸਰੀਰ ਖੇਤ ਹੈ, ਬੀਜੀ ਜਾ ਜਿਸ ਤਰ੍ਹਾਂ ਦਾ ਬੀਜ ਤੂੰ ਬੀਜਣਾ, ਉਹ ਤੇਰੀ ਇੱਛਾ ਹੈ। ਕਰਮਾਂ ਕਰਕੇ ਤੂੰ ਸੁਤੰਤਰ ਹੈ, ਫਲ ਕਰਕੇ ਜੀਵ ਪਤੰਤਰ ਹੈ। ਭਾਵ ਜਿਹੜਾ ਕਰਮ ਕਰਾਂਗੇ ਉਹ ਇੱਛਾ ਅਨੁਸਾਰ, ਮਨ ਅਨੁਸਾਰ ਜੀਵ ਕਰ ਰਿਹਾ, ਪਰ ਜਿਹੜਾ ਫਲ ਮਿਲਣਾ ਹੈ ਉਹ ਬਾਅਦ ਵਿੱਚ ਉਹਨਾਂ ਦਾ ਹਿਸਾਬ ਹੁੰਦਾ ਹੈ। ਤੇ ਮਹਾਰਾਜ ਕਹਿੰਦੇ ਫਿਰ ਉਹ ਲਿਖਿਆ ਹੋਇਆ ਕਰਮਾਂ ਦਾ ਹਿਸਾਬ ਸਾਰਾ ਮੱਥੇ 'ਤੇ ਲੇਖ ਲਿਖੇ ਜਾਂਦੇ। ਇਸ ਲਈ ਜੋ ਬੀਜਾਂਗੇ ਉਹ ਵੱਢਾਂਗੇ। ਇਹ ਸਰੀਰ ਕਰਮਾਂ ਦਾ ਖੇਤ ਹੈ। ਚਾਉ ਪਈ ਇੱਕ ਉਪਾਸਨਾ ਪਰ ਲਲਚਾਏ। ਇੱਕ ਚਾਹੁੰਦੇ ਹਨ ਅਸੀਂ ਉਪਾਸਨਾ ਕਰੀਏ, ਅਸੀਂ ਸਿਮਰਨ ਕਰੀਏ। ਸਤਨਾਮ ਸਿਮਰਹਿ ਮਨ ਲਾਏ। ਮਨ ਲਾ ਕੇ ਪ੍ਰੇਮ ਦੇ ਨਾਲ ਸਤਨਾਮ ਦਾ ਗੁਰ ਮੰਤਰ ਦਾ ਅਭਿਆਸ ਕਰਦੇ ਹਨ। ਸਭ ਪ੍ਰਾਨੀ ਮੈਂ ਪ੍ਰਭ ਸੋ ਵਿਚਾਰੇ। ਸਾਰੇ ਪ੍ਰਾਣੀ ਜੀਵਾਂ ਦੇ ਵਿੱਚ ਉਹ ਅਕਾਲ ਪੁਰਖ ਜੀ ਜੋਤ ਨੂੰ ਦੇਖਦੇ ਹਨ। ਇਨ ਸਮ ਤੁਕ ਕੇ ਸੋ ਅਧਿਕਾਰੇ। ਗੁਰਦੇਵ ਕਹਿੰਦੇ ਜਿਹੜੀ ਪਹਿਲੀ ਤੁਕ ਤੁਸੀਂ ਕਹੀ ਸੀ ਨਾ, ਉਹ ਇਸ ਤੁਕ ਦੇ ਅਧਿਕਾਰੀ ਹਨ। ਕਰੇ ਕਰਾਵੇ ਆਪੇ ਆਪ। ਉਹਨਾਂ ਲਈ ਕਿਹਾ ਜੋ ਕੁਝ ਕਰ ਰਿਹਾ ਪਰਮਾਤਮਾ ਹੀ ਕਰਦਾ ਹੈ। ਮਾਨੁਖ ਕੈ ਕਿਛ ਨਾਹੀ ਹਾਥ। ਮਨੁੱਖ ਦੇ ਹੱਥ ਕੁਝ ਨਹੀਂ ਹੈ। ਇਹ ਸੁਖਮਨੀ ਸਾਹਿਬ ਦੇ ਅੰਦਰ ਆਪਾਂ ਤੁਕ ਪੜ੍ਹਦੇ ਹਾਂ, ਮਾਰੈ ਰਾਖੈ ਏਕੋ ਆਪ, ਮਾਨੁ ਕੈ ਕਿਛ ਨਾਹੀ ਹਾਥ। ਮਹਾਰਾਜ ਕਹਿੰਦੇ ਇਸ ਲਈ ਸਮਝ ਲੈਣਾ ਚਾਹੀਦਾ ਹੈ ਜਿਹੜਾ ਇਸ ਤੁਕ ਦਾ ਅਧਿਕਾਰੀ ਉਹ ਕੌਣ ਹੈ।
ਜਿਹੜਾ ਮਨ ਲਾ ਕੇ ਸਿਮਰਨ ਕਰਦਾ ਹੈ, ਸਾਰਿਆਂ ਵਿੱਚ ਰੱਬੀ ਜੋਤ ਨੂੰ ਦੇਖ ਰਿਹਾ ਹੈ, ਉਹਦੇ ਲਈ ਗੁਰਦੇਵ ਕਹਿੰਦੇ ਉਹ ਇਸ ਤੁਕ ਦਾ ਅਧਿਕਾਰੀ ਹੈ ਕਿ ਕਰੇ ਕਰਾਵੇ ਆਪੇ ਆਪ, ਮਾਰਾ ਰੱਖੈ ਕੋ ਆਪ ਮਾਨੁ ਕੈ ਕਿਛ ਨਾਹੀ ਹਾਥ। ਉਹ ਇਸ ਤੁਕ ਦਾ ਅਧਿਕਾਰੀ। ਪਰ ਜਿਹੜਾ ਕਾਰੀ ਪਾਪ ਰਿਹਾ ਹੈ, ਕਾਰੀ ਮਾੜੇ ਕਰਮ ਰਿਹਾ ਹੈ, ਤੇ ਥੋੜਾ ਬਹੁਤਾ ਸੋਚਦਾ ਹੈ ਕਿ ਮੈਂ ਦੇ ਲੈ ਕੇ ਉਹ ਧਰਮ ਦਾ ਕਰਮ ਕਰਕੇ ਪੁੰਨ ਕਰਕੇ ਬਚ ਜਾਵਾਂ, ਜੋ ਬੀਜਿਆ ਉਹ ਵੱਢਣਾ ਪਵੇਗਾ। ਪਰ ਜਿਹੜਾ ਪ੍ਰਮਾਤਮਾ ਦੀ ਰੱਬੀ ਜੋਤ ਸਾਰੀ ਸ੍ਰਿਸ਼ਟੀ ਵਿੱਚ ਸਾਰਿਆਂ ਵਿੱਚ ਦੇਖ ਰਿਹਾ, ਇਹੋ ਵਿਸ ਸੰਸਾਰ ਤੁਮ ਦੇਖਦੇ, ਇਹੋ ਹਰ ਕਾ ਰੂਪ ਹੈ, ਹਰ ਰੂਪ ਨਦਰੀ ਆਇਆ। ਉਹ ਸਤਿਗੁਰੂ ਕਹਿੰਦੇ ਇਸ ਤੁਕ ਦੇ ਅਧਿਕਾਰੀ ਹਨ। ਉਹਨਾਂ ਲਈ ਸਭ ਕੁਝ ਕਰਨ ਵਾਲਾ ਪ੍ਰਮਾਤਮਾ ਆਪ ਹੈ, ਕਿਉਂਕਿ ਉਹ ਪ੍ਰਮਾਤਮਾ ਅਕਾਲ ਪੁਰਖ ਤੇ ਡੋਰੀ ਛੱਡਦੇ ਨੇ। ਮਾੜਾ ਕੰਮ ਉਹ ਕਰਦੇ ਨਹੀਂ, ਪਾਪ ਉਹ ਕਰਦੇ ਨਹੀਂ, ਬੁਰਾ ਉਹ ਕਦੇ ਕਿਸੇ ਦਾ ਚਿੱਤ ਵਧੇ ਨਹੀਂ। ਕਿਉਂ? ਸਾਰਿਆਂ ਵਿੱਚ ਤਾਂ ਰੱਬੀ ਜੋਤ ਦੇਖਦੇ ਨੇ। ਸਭ ਮੈਂ ਜੋਤ ਜੋਤ ਹੈ ਸੋਏ, ਤਿਸ ਦਾ ਚਾਨਣ ਸਭ ਮੈਂ ਚਾਨਣ ਹੋਏ। ਜੋ ਆਤਮਾ ਸਾਡੇ 'ਚ ਹੈ ਉਹੀ ਦੂਜੇ 'ਚ ਹੈ, ਤੀਜੇ 'ਚ ਹੈ। ਫਿਰ ਜੇ ਆਪਣਾ ਭਲਾ ਚਾਹੁੰਦੇ ਆ ਤੇ ਉਹ ਦੂਜੇ ਦਾ, ਤੀਜੇ ਸਾਰਿਆਂ ਦਾ ਉਹ ਭਲਾ ਚਾਹੁੰਦੇ ਨੇ, ਸੰਸਾਰ ਦਾ ਭਲਾ ਚਾਹੁੰਦੇ ਨੇ। ਉਹਨਾਂ ਲਈ ਗੁਰਦੇਵ ਕਹਿੰਦੇ ਇਹ ਤੁਕ ਹੈ, ਉਹ ਇਸ ਤੁਕ ਦੇ ਅਧਿਕਾਰੀ ਹਨ, ਕਿਉਂਕਿ ਉਹਨਾਂ ਨੇ ਆਪਣੇ ਆਪ ਨੂੰ ਅਧਿਕਾਰੀ ਬਣਾ ਲਿਆ। ਫਿਰ ਉਹਨਾਂ ਲਈ ਜਿਸ ਤਰ੍ਹਾਂ ਭਗਤ ਨਾਮਦੇਵ ਜੀ ਦਾ ਆਪਾਂ ਜੀਵਨ ਪੜ੍ਹਦੇ ਹਾਂ, ਜਿੱਥੇ ਵੀ ਗਏ ਉਹਨਾਂ ਨੇ ਅਕਾਲ ਪੁਰਖ ਜੀ ਨੂੰ ਹਾਜ਼ਰ ਨਾਜ਼ਰ ਸਮਝਿਆ। ਜਦੋਂ ਕਿਤੇ ਪਾਂਡਿਆਂ ਨੇ ਪਾਣੀ ਭਰਨ ਵਾਸਤੇ ਜੰਗਲ ਵਿੱਚ ਖੂਹ 'ਤੇ ਭੇਜ ਦਿੱਤਾ, ਉੱਥੇ ਜਦੋਂ ਦਿਓ ਰਹਿੰਦਾ ਸੀ, ਸੋਚਦੇ ਸਨ ਰੋਜ਼ ਇੱਥੇ ਆ ਜਾਂਦਾ ਹੈ ਅਤੇ ਦਿਓ ਫੜ ਕੇ ਆਪੇ ਇਹਨੂੰ ਖਤਮ ਕਰ ਦੇਵੇਗਾ। ਜਦੋਂ ਉੱਥੇ ਗਏ ਤੇ ਆ ਕੇ ਉਸ ਦਿਓ ਨੇ ਫੜ ਲਿਆ। ਉਸ ਵੇਲੇ ਹੱਥ ਜੋੜ ਕੇ ਖਲੋ ਕੇ ਕਹਿਣ ਲੱਗੇ, ਆਓ ਕਲੰਦਰ ਕੇਸਵਾ ਘਰ ਬਦਾਲੀ ਭੇਸਵਾ। ਮਹਾਰਾਜ ਅੱਜ ਤੁਸੀਂ ਕਿੱਦਾਂ ਦਾ ਰੂਪ ਧਾਰਨ ਕਰਕੇ ਆਏ ਹੋ? ਕਿਉਂਕਿ ਉਹਨਾਂ ਵਿੱਚ ਨੇ ਸਾਰਿਆਂ ਵਿੱਚ ਰੱਬੀ ਜੋਤ ਨੂੰ ਦੇਖਿਆ ਹੈ। ਇਸ ਲਈ ਗੁਰਦੇਵ ਕਹਿੰਦੇ ਉਹ ਇਸ ਤੁਕ ਦੇ ਅਧਿਕਾਰੀ ਨੇ। ਉਹਨਾਂ ਲਈ ਸਭ ਕੁਝ ਕਰਦਾ ਪ੍ਰਮਾਤਮਾ ਆਪ ਹੈ। ਇਮ ਨਿਸ਼ਚਾ ਜਨ ਹਿਰਦੇ ਧਰੇ। ਇਸ ਤਰ੍ਹਾਂ ਜਿਨ੍ਹਾਂ ਨੇ ਆਪਣੇ ਹਿਰਦੇ ਵਿੱਚ ਭਰੋਸਾ ਧਾਰਿਆ, ਸਾਰਿਆਂ ਵਿੱਚ ਰੱਬੀ ਜੋਤ ਨੂੰ ਦੇਖਿਆ ਹੈ, ਸਾਰੀ ਸ੍ਰਿਸ਼ਟੀ ਨਾਲ ਪਿਆਰ ਕੀਤਾ ਹੈ, ਸਭ ਮੈਂ ਵਰਤ ਪਰਮੇਸ਼ਰ ਕਰੇ। ਕਿ ਸਾਰਿਆਂ ਦੇ ਵਿੱਚ ਪਰਮਾਤਮਾ ਇੱਕ ਸਮਾਨ ਵਰਤ ਰਿਹਾ ਹੈ। ਤ੍ਰਿਤੀਏ ਸਤਾ ਸਤ ਵਿਚਾਰ ਹੈ। ਤੀਜੇ ਉਹ ਹਨ ਜਿਹੜੇ ਸੱਤ ਅਤੇ ਅਸੱਤ ਦੀ ਵਿਚਾਰ ਕਰਦੇ, ਕੀ ਸੱਚ ਹੈ, ਕੀ ਝੂਠ ਹੈ, ਕੀ ਚੰਗਾ ਹੈ, ਕੀ ਮਾੜਾ ਹੈ। ਹੁਣ ਸੱਚ ਕੀ ਹੈ? ਅਕਾਲ ਪੁਰਖ ਪਰਮਾਤਮਾ ਵਾਹਿਗੁਰੂ ਆਪ ਸੱਚਾ ਹੈ, ਉਹਦਾ ਨਾਮ ਸੱਚਾ ਹੈ ਅਤੇ ਨਾਮ ਜਪਣ ਵਾਲੇ ਸੱਚੇ ਨੇ। ਸੱਚ ਉਹਨੂੰ ਕਿਹਾ ਜਾਂਦਾ ਹੈ ਜਿਹੜਾ ਕਦੇ ਮਿਟੇ ਨਾ, ਇਸ ਦੁਨੀਆ ਤੋਂ, ਸੰਸਾਰ ਤੋਂ ਕਦੇ ਖਤਮ ਨਾ ਹੋਵੇ, ਉਹਨੂੰ ਹੀ ਕਹਾਂਗੇ ਨਾ ਸੱਚਾ ਹੈ। ਅਤੇ ਝੂਠ ਕੀ ਹੈ? ਜੋ ਦਿਸ ਰਿਹਾ ਹੈ ਹੋਵੇ ਨਾ, ਉਹ ਝੂਠ ਹੈ। ਅਤੇ ਹੁਣ ਆਪਾਂ ਦੇਖ ਲਈਏ ਸਰੀਰ ਕਿੰਨੇ ਕੁ ਸੱਚੇ ਨੇ। ਬਚਪਨ ਵਿੱਚ ਹੋਰ ਸੀ, ਹੁਣ ਕੁਝ ਹੋਰ ਹੈ, ਬੁਢਾਪੇ 'ਚ ਕੁਝ ਹੋਰ ਹੋਵੇਗਾ। ਇਸੇ ਤਰ੍ਹਾਂ ਹੀ ਹੈ ਨਾ, ਘਰ-ਬਾਰ ਦੇਖ ਲਈਏ, ਇਸ ਧਰਤੀ ਉੱਤੇ ਕੋਈ ਵੀ ਵਸਤੂ ਦੇਖ ਲਓ, ਸਦਾ ਥਿਰ ਰਹਿਣ ਵਾਲੀ ਨਹੀਂ। ਇਸ ਲਈ ਉਹ ਝੂਠ ਹੈ। ਅਕਾਲ ਪੁਰਖ ਦੇ ਨਾਮ ਨੂੰ ਸੱਚਾ ਜਾਣ ਕੇ ਨਾਮ ਰਹਿਓ ਸਾਧੂ ਰਹਿਓ, ਰਹਿਓ ਗੁਰ ਗੋਬਿੰਦ। ਇਹ ਸੰਸਾਰ ਵਿੱਚ ਰਾਮ ਗਇਓ ਰਾਵਣ ਗਇਓ ਜਾ ਕੋ ਬਹੁ ਪਰਿਵਾਰ। ਅਤੇ ਉਹ ਸੱਤ ਅਤੇ ਅਸੱਤ ਦੀ ਵਿਚਾਰ ਕਰਦੇ ਨੇ। ਇਹ ਤੀਜੇ ਅਧਿਕਾਰੀ ਦੱਸ ਰਹੇ ਹਨ। ਸਭ ਮਹਿ ਤ੍ਰਿਤੀਏ ਸਤਾ ਸਤ ਵਿਚਾਰੈ, ਸਦਾ ਬ੍ਰਹਮ ਕੋ ਨਿਰਨੈ ਧਾਰਹਿ। ਸਦਾ ਹੀ ਅਕਾਲ ਪੁਰਖ ਦਾ ਨਿਰਣਾ ਰੱਖਦੇ ਹਨ। ਇਨ ਸਮ ਤੁਕ ਕੇ ਸੋ ਅਧਿਕਾਰੀ। ਮਹਾਰਾਜ ਕਹਿੰਦੇ ਉਹ ਇਸ ਤੁਕ ਦੇ ਅਧਿਕਾਰੀ ਹਨ। ਸੁਨ ਮਾਨੈ ਸਮਝੈ ਉਰ ਧਾਰੀ। ਹਾਂ, ਜਿਹੜੇ ਸੁਣਦੇ ਹਨ ਤੇ ਮੰਨਦੇ ਹਨ, ਆਪਣੇ ਹਿਰਦੇ ਵਿੱਚ ਉਹਦੀ ਕਮਾਈ ਕਰਦੇ ਨੇ। ਬ੍ਰਹਮ ਦੀਸੈ ਬ੍ਰਹਮ ਸੁਣੀਐ, ਏਕ ਏਕ ਵਖਾਣੀਐ। ਮਹਾਰਾਜ ਕਹਿੰਦੇ ਉਹ ਇਸ ਤੁਕ ਦੇ ਅਧਿਕਾਰੀ ਨੇ। ਜਿਹੜੀ ਤੁਕ ਅਸੀਂ ਉਚਾਰੀ ਹੈ, ਬ੍ਰਹਮ ਦੀਸੈ ਬ੍ਰਹਮ ਸੁਣੀਐ, ਏਕ ਏਕ ਵਖਾਨੀ। ਉਹਨਾਂ ਨੂੰ ਬ੍ਰਹਮ ਹੀ ਦਿਸਦਾ ਹੈ, ਸਾਰੀ ਥਾਵਾਂ 'ਤੇ ਬ੍ਰਹਮ ਹੀ ਸੁਣਦਾ ਹੈ। ਏਕ ਏਕ ਵਖਾਨੀ, ਇੱਕ ਅਕਾਲ ਪੁਰਖ ਪਰਮਾਤਮਾ ਦੇ ਨਾਮ ਨੂੰ ਹੀ ਉਹ ਜਪਦੇ ਹਨ। ਇਹ ਉਹ ਤੁਕ ਦੇ ਅਧਿਕਾਰੀ ਨੇ ਜਿਨ੍ਹਾਂ ਨੇ ਸੱਤ ਅਤੇ ਅਸੱਤ ਦੀ ਵਿਚਾਰ ਕੀਤੀ ਹੈ। ਇਹ ਸਾਰਾ ਕੁਝ ਨਾਸ਼ਵੰਤ ਹੈ ਅਤੇ ਪਰਮਾਤਮਾ ਹੀ ਸੱਤ ਹੈ। ਇਸ ਲਈ ਪਰਮਾਤਮਾ ਦੀ ਜੋਤ ਸਾਰਿਆਂ ਦੇ ਅੰਦਰ ਬਿਰਾਜ ਰਹੀ ਹੈ ਅਤੇ ਉਹਦੇ ਹੁਕਮ ਅਨੁਸਾਰ ਇਹ ਸ੍ਰਿਸ਼ਟੀ ਦਾ ਪਸਾਰਾ ਹੋਇਆ। ਇਹੋ ਜਗ ਸੱਚੇ ਕੀ ਹੈ, ਕੋਠੜੀ ਸੱਚੇ ਕਾ ਵਿੱਚ ਵਾਸ। ਜੇ ਆਪਾਂ ਉਹਦਾ ਨਿਵਾਸ ਦੇਖੀਏ ਤਾਂ ਉਹ ਸੱਚਾ ਹੈ, ਅਤੇ ਜੇ ਉਹਨੂੰ ਨਾ ਦੇਖੀਏ ਤਾਂ ਫਿਰ ਸਭ ਕੁਝ ਝੂਠਾ ਹੈ।
ਇਸ ਲਈ ਉਹ ਇਸ ਤੁਕ ਦੇ ਅਧਿਕਾਰੀ ਹਨ। ਦੋਹਰਾ ਇਤਿਆਦਕ ਬਹੁਤੇ ਅਧਿਕਾਰ। ਇਸ ਤਰ੍ਹਾਂ ਗੁਰਦੇਵ ਕਹਿੰਦੇ ਹਨ ਬਹੁਤੇ ਅਧਿਕਾਰੀ ਹਨ ਸਿੱਖ, ਮੁਖ ਤੀਨ ਹਮ ਕਰੇ ਉਚਾਰ। ਪਰ ਅਸੀਂ ਕੇਵਲ ਹਲੇ ਤੁਹਾਨੂੰ ਤਿੰਨ ਹੀ ਦੱਸੇ ਨੇ। ਤਿੰਨਾਂ ਬਾਰੇ ਆਪਾਂ ਵਿਚਾਰ ਕੀਤੀ ਹੈ ਕਿ ਪਹਿਲੇ ਉਹ ਸਨ ਜਿਹੜੇ ਗ੍ਰਸਤ ਵਿੱਚ ਫਸੇ ਹੋਏ ਪਾਪ ਪੁੰਨ ਕਮਾਉਂਦੇ ਨੇ ਤੇ ਉਹਨਾਂ ਨੂੰ ਕਰਮਾਂ ਦਾ ਫਲ ਮਿਲਦਾ ਹੈ। ਦੂਜੇ ਉਹ ਹਨ ਜਿਨ੍ਹਾਂ ਨੂੰ ਚੰਗੇ ਕਰਮ ਕਰਨ ਵਾਲੇ, ਜਿਨ੍ਹਾਂ ਨੂੰ ਬ੍ਰਾਹਮੀ ਦਿਸਦਾ ਤੇ ਬ੍ਰਾਹਮੀ ਸੁਣਦਾ ਹੈ। ਇਸ ਤਰ੍ਹਾਂ ਮਹਾਰਾਜ ਕਹਿੰਦੇ ਕੁਝ ਅਸੀਂ ਤੁਹਾਨੂੰ ਦੱਸੇ ਨੇ। ਤੇ ਕਈ ਤਰ੍ਹਾਂ ਦੇ ਅਧਿਕਾਰੀ ਹਨ ਸਿੱਖ, ਜੈਸੇ ਵੈਦ ਮਹਾਬੁੱਧਵਾਨ। ਜਿਸ ਤਰ੍ਹਾਂ ਕੋਈ ਚੰਗੀ ਮੱਤ ਵਾਲਾ ਸਿਆਣਾ ਵੈਦ ਹੋਵੇ ਰੋਗੀ ਆਏ ਬਿਨੈ ਬਹੁ ਠਾਨ। ਤੇ ਉਹਦੇ ਪਾਸ ਕੋਈ ਰੋਗੀ ਚੱਲ ਕੇ ਆਵੇ, ਮਰੀਜ਼ ਚੱਲ ਕੇ ਆਵੇ ਤੇ ਆ ਕੇ ਬੇਨਤੀ ਕਰੇ, ਨਾੜੀ ਮੂਤਰ ਹੀਰ ਰੁਜ ਜਾਣੈ। ਤੇ ਜਿਹੜਾ ਚੰਗਾ ਵੈਦ ਹੈ ਉਹ ਨਾੜੀ ਦੁਆਰਾ ਤੇ ਮੂਤਰ ਦੁਆਰਾ ਦੇਖ ਕੇ ਉਹਦੇ ਰੋਗ ਨੂੰ ਪਛਾਣ ਜਾਂਦਾ ਹੈ ਕਿ ਇਸ ਰੋਗੀ ਨੂੰ, ਇਸ ਮਰੀਜ਼ ਨੂੰ ਫਲਾਣਾ ਰੋਗ ਹੈ। ਤਿਸ ਪਰ ਬਹੁਰ ਔਸ਼ਧੀ ਠਾਨੈ। ਉਸ ਰੋਗ ਨੂੰ ਪਕੜ ਕੇ ਤੇ ਫਿਰ ਉਹਦੀ ਦਵਾਈ ਬਣਾਉਂਦਾ ਹੈ। ਕੌਣ? ਜਿਹੜਾ ਸਿਆਣਾ ਵੈਦ ਹੈ। ਤੇ ਇਸੇ ਤਰ੍ਹਾਂ ਚਲੋ ਹੁਣ ਤਾਂ ਕਈ ਤਰ੍ਹਾਂ ਦੇ ਸਕੈਨਰ ਨੇ, ਮਸ਼ੀਨਾਂ ਨੇ, ਫਿਰ ਵੀ ਹੁਣ ਜਿਹੜੇ ਡਾਕਟਰ ਨੇ ਉਹ ਬੰਦੇ ਦੀ ਨਬਜ਼ ਦੇਖ ਕਰਕੇ, ਬੰਦੇ ਦਾ ਮੂਤਰ ਦੇਖ ਕਰਕੇ ਰੋਗ ਦੀ ਪਕੜ ਕਰਦੇ ਨੇ ਕਿ ਇਹਦੇ ਸਰੀਰ ਵਿੱਚ ਰੋਗ ਕੀ ਹੈ। ਤੇ ਫਿਰ ਜਿਹੜਾ ਸਿਆਣਾ ਵੈਦ ਹੁੰਦਾ ਹੈ ਜਦੋਂ ਰੋਗ ਫੜ ਲੈਂਦਾ ਹੈ ਫਿਰ ਉਸ ਰੋਗ ਦੀ ਦਵਾਈ ਬਣਾਉਂਦਾ ਹੈ, ਉਸ ਨੂੰ ਦਵਾਈ ਦਿੰਦਾ ਹੈ। ਤੈਸੇ ਗੁਰ ਢਿਗ ਸਿੱਖ ਚੱਲ ਆਵੈ। ਇਸੇ ਤਰ੍ਹਾਂ ਸਤਿਗੁਰੂ ਕਹਿੰਦੇ ਨੇ ਗੁਰੂ ਪਾਸ ਸਿੱਖ ਚੱਲ ਕੇ ਆਉਂਦੇ ਹਨ। ਬਚਨ ਕਿਰਿਆ ਤੇ ਤਿਹ ਲਖ ਪਾਵੈ। ਬਚਨ ਕਰਕੇ, ਕਰਮਾਂ ਕਰਕੇ, ਕਿਸ ਤਰ੍ਹਾਂ ਦੇ ਸਾਡਾ ਬੋਲ ਬਾਣੀ ਹੈ, ਕਿਸ ਤਰ੍ਹਾਂ ਦੇ ਸਾਡੇ ਕਰਮ ਨੇ, ਉਹਨੂੰ ਦੇਖ ਕੇ ਜਥਾ ਪਿਖੇ ਅਧਿਕਾਰ ਵਿਸ਼ੇਸ਼। ਜਿਸ ਤਰ੍ਹਾਂ ਦਾ ਸਾਡਾ ਕਰਮ ਦੇਖਦੇ ਨੇ, ਸਾਡੀ ਬੋਲ ਬਾਣੀ ਦੇਖਦੇ ਨੇ, ਉਸ ਤਰ੍ਹਾਂ ਦਾ ਸਾਨੂੰ ਗੁਰੂ ਸਾਹਿਬ ਉਪਦੇਸ਼ ਦਿੰਦੇ। ਇਹ ਨਹੀਂ ਕਿ ਪਹਿਲਾਂ ਦਿੰਦੇ ਸਨ ਤੇ ਅੱਜ ਨਹੀਂ ਦਿੰਦੇ। ਪਤਾ ਤੇ ਸਾਨੂੰ ਹੁੰਦਾ ਹੀ ਹੈ ਨਾ ਕਿ ਸਾਡੇ ਅੰਦਰ ਕਿਹੜਾ ਰੋਗ ਹੈ। ਜਦੋਂ ਆਪਾਂ ਬਾਣੀ ਸੁਣਦੇ ਹਾਂ, ਗੁਰੂ ਸਾਹਿਬ ਦਾ ਵਾਕ ਸੁਣਦੇ ਹਾਂ, ਤੇ ਫਿਰ ਆਪਣੇ ਮਨ ਨੂੰ ਪਤਾ ਲੱਗਦਾ ਹੈ ਕਿ ਗੁਰੂ ਸਾਹਿਬ ਸਾਨੂੰ ਆਹ ਕਹਿ ਰਹੇ ਨੇ ਤੇ ਸਾਡੇ ਅੰਦਰ ਕਿਹੜਾ ਰੋਗ ਹੈ। ਇਸ ਲਈ ਮਹਾਰਾਜ ਕਹਿੰਦੇ ਜੇ ਜਿਸ ਤਰ੍ਹਾਂ ਸਿਆਣਾ ਵੈਦ ਰੋਗ ਫੜਦਾ ਤੇ ਫਿਰ ਉਹਦੀ ਦਵਾਈ ਦਿੰਦਾ ਹੈ, ਇਸੇ ਤਰ੍ਹਾਂ ਸਤਿਗੁਰੂ ਪੂਰਾ ਵੈਦ ਹੈ, ਪੰਜੇ ਰੋਗ ਅਸਾਧ ਨਿਵਾਰੇ। ਇਹ ਜਿਹੜੇ ਰੋਗ ਨੇ ਫਿਰ ਉਹਨਾਂ ਬਾਰੇ ਸਤਿਗੁਰੂ ਸਾਨੂੰ ਦੱਸਦੇ। ਉਹਨਾਂ ਚਿਰ ਗਿਆਨ ਨਹੀਂ ਹੁੰਦਾ ਜਿੰਨਾ ਚਿਰ ਗੁਰੂ ਕੋਲ ਆਉਂਦੇ ਨੇ। ਜਦੋਂ ਆ ਕੇ ਸੁਣਨ ਲੱਗੇ ਫਿਰ ਪਤਾ ਲੱਗਾ ਕਿ ਸਾਡੇ ਅੰਦਰ ਆਹ ਵੀ ਰੋਗ ਸੀ, ਆਹ ਵੀ ਰੋਗ ਸੀ। ਇਹ ਰੋਗ ਕਿਸੇ ਦੀ ਪਕੜ ਵਿੱਚ ਆਉਣ ਵਾਲੇ ਨਹੀਂ। ਕੇਵਲ ਤਾਂ ਕੇਵਲ ਇਹਨਾਂ ਰੋਗਾਂ ਬਾਰੇ ਸਾਨੂੰ ਪੂਰੇ ਗੁਰੂ ਨੇ ਹੀ ਦੱਸਿਆ ਹੈ। ਤਾਂ ਹੀ ਭਾਈ ਗੁਰਦਾਸ ਜੀ ਕਹਿੰਦੇ ਨੇ ਕਿ ਗੁਰੂ ਸਿਆਣਾ ਵੈਦ ਹੈ, ਜਿਨਨੇ ਪੰਜਾਂ ਰੋਗਾਂ ਦੀ ਨਿਵਰਤੀ ਕੀਤੀ ਹੈ। ਜਿਨ ਮਿਲ ਮਾਰੇ ਪੰਚ ਸੂਰਬੀਰ ਐਸੋ ਕੌਣ ਬਲੀ ਰੇ, ਜਿਨ ਪੰਚ ਮਾਰ ਬਿਦਾਰ ਗੁਦਾਰੇ ਸੋ ਪੂਰਾ ਏਕ ਅਲੀ। ਪੂਰਾ ਗੁਰੂ ਜਿਨਨੇ ਆਪਣੇ ਪੰਜਾਂ ਨੂੰ ਵਸ ਵਿੱਚ ਕੀਤਾ ਸੀ। ਰੋਗ ਤੋਂ ਰਹਿਤ ਹੈ ਮੇਰਾ ਸਤਿਗੁਰੂ। ਜਦੋਂ ਉਹਦੇ ਕੋਲ ਚੱਲ ਕੇ ਆਏ ਤੇ ਫਿਰ ਪਤਾ ਲੱਗਾ ਕਿ ਸਾਡੇ ਅੰਦਰ ਫਲਾਣਾ ਰੋਗ ਸੀ, ਕਾਮ ਦਾ, ਕ੍ਰੋਧ ਦਾ, ਲੋਭ ਦਾ, ਮੋਹ ਦਾ, ਹੰਕਾਰ ਦਾ, ਈਰਖਾ ਦਾ, ਤ੍ਰਿਸ਼ਨਾ ਦਾ। ਇਹ ਤਾਂ ਗੁਰੂ ਕੋਲ ਆ ਕੇ ਪਤਾ ਲੱਗਾ ਨਾ, ਜਦੋਂ ਗੁਰੂ ਦਾ ਉਪਦੇਸ਼ ਸੁਣਿਆ। ਇਸ ਲਈ ਪੂਰਾ ਗੁਰੂ ਸਿੱਖ ਚੱਲ ਕੇ ਆਉਂਦੇ ਨੇ, ਅਧਿਕਾਰੀ ਦੇ ਕੇ ਸਤਿਗੁਰੂ ਰੋਗੀ ਦੇ ਕੇ ਕਿਸ ਤਰ੍ਹਾਂ ਦਾ ਰੋਗ ਹੈ ਤੇ ਉਸ ਤਰ੍ਹਾਂ ਦਾ ਉਪਦੇਸ਼ ਦਿੰਦੇ ਹਨ। ਤਥਾ ਕਰੇ ਸਤਿਗੁਰ ਉਪਦੇਸ਼। ਉਸ ਤਰ੍ਹਾਂ ਦਾ ਉਪਦੇਸ਼ ਪੂਰਾ ਸਤਿਗੁਰੂ ਸਿੱਖ ਨੂੰ ਕਰਦੇ ਹਨ। ਜੇ ਹਕੀਮ ਲਗ ਵਿਦਿਆ ਮਤ ਮੈਂ। ਜੇ ਹਕੀਮ ਸਿਆਣਾ ਨਾ ਹੋਵੇ ਵਿਦਿਆ ਦੇ ਵਿੱਚ, ਸੋ ਕਈ ਵਾਰੀ ਹੁੰਦਾ ਹੈ ਨਾ ਕਿ ਡਿਗਰੀ ਤਾਂ ਲੈ ਲੈਂਦੇ ਨੇ ਪਰ ਕਲਾਸਾਂ ਪੂਰੀਆਂ ਲਾਈਆਂ ਨਹੀਂ ਹੁੰਦੀਆਂ। ਕਈ ਵਾਰੀ ਚੰਗੇ ਪੜ੍ਹੇ ਲਿਖੇ ਬੱਚੇ ਦੇ ਪਿੱਛੇ ਬਹਿ ਕੇ ਪੇਪਰ ਦੇ ਦਿੱਤੇ, ਬਾਅਦ ਵਿੱਚ ਡਿਗਰੀ ਚੰਗੀ ਪ੍ਰਾਪਤ ਕਰ ਲਈ, ਪਰ ਜਿਹੜੀ ਡਿਗਰੀ ਲਈ ਸੀ ਉਸ ਬਾਰੇ ਜਾਣਕਾਰੀ ਕੋਈ ਨਾ। ਇਸ ਲਈ ਮਹਾਰਾਜ ਕਹਿੰਦੇ ਨੇ ਜਿਸ ਤਰ੍ਹਾਂ ਦਾ ਕੋਈ ਵੈਦ ਆਪਣੇ ਆਪ ਨੂੰ ਕਹਾਉਂਦਾ ਹੈ ਕਿ ਮੈਂ ਵੈਦ ਹਾਂ, ਮੈਂ ਡਾਕਟਰ ਹਾਂ, ਤੇ ਉਹ ਸਿਆਣਾ ਨਾ ਹੋਵੇ, ਉਹਨੂੰ ਮਤ ਨਾ ਹੋਵੇ। ਪਰਖਿਓ ਗਇਓ ਨਾ ਰੋਜ ਕਛ ਚਿਤ ਮੈਂ। ਇਹ ਹੁਣ ਮਰੀਜ਼ ਨੇ ਤੇ ਇਹੋ ਹੀ ਦੇਖ ਕੇ ਆਉਣਾ ਹੈ ਨਾ ਕਿ ਇਹ ਡਾਕਟਰ ਹੈ, ਇਹਨੇ ਬਾਹਰ ਆਪਣਾ ਬੋਰਡ ਲਾਇਆ ਤੇ ਅੰਦਰ ਆਪਣੇ ਕੋਲ ਡਿਗਰੀ ਰੱਖੀ ਹੈ। ਪਰ ਜੇ ਵੈਦ ਸਿਆਣਾ ਨਾ ਹੋਵੇ, ਉਹਦੇ ਕੋਲ ਮਰੀਜ਼ ਦਾ ਰੋਗ ਫੜਿਆ ਨਾ ਜਾਵੇ। ਰੋਗ ਆਨ ਔਖਦ ਦੇ ਆਨ। ਰੋਗ ਕੋਈ ਹੋਰ ਹੋਵੇ ਤੇ ਦਵਾਈ ਕੋਈ ਹੋਰ ਦੇ ਦੇਵੇ। ਇਸ ਤਰ੍ਹਾਂ ਵੀ ਹੁੰਦਾ ਹੈ ਜੀ ਕਿ ਪ੍ਰੋਬਲਮ ਕਿਸੇ ਹੋਰ ਅੰਗ ਵਿੱਚ ਸੀ ਤੇ ਇਲਾਜ ਹੋਰ ਕਿਸੇ ਅੰਗ ਦਾ ਕਰ ਦਿੱਤਾ।
ਉਹ ਤਾਂ ਬਾਅਦ ਵਿੱਚ ਪਤਾ ਲੱਗਾ ਕਿ ਦੁੱਖ ਤਾਂ ਇੱਥੇ ਸੀ, ਤਕਲੀਫ ਤਾਂ ਇੱਥੇ ਸੀ, ਪਰ ਨਹੀਂ ਪਤਾ ਲੱਗਾ ਕਿਉਂਕਿ ਵੈਦ ਡਾਕਟਰ ਉਹ ਸਿਆਣਾ ਨਹੀਂ ਸੀ। ਜਿਹੜਾ ਤੇ ਸਿਆਣਾ ਸੀ ਉਹਨੇ ਤਾਂ ਮਰੀਜ਼ ਦੀ ਨਮਰ ਫੜ ਕੇ ਦੱਸ ਦਿੱਤਾ ਕਿ ਇਹਨੂੰ ਆਹ ਰੋਗ ਹੈ, ਤੇ ਉਹਨੇ ਝੱਟ ਦਵਾਈ ਕੱਢ ਕੇ ਦਿੱਤੀ ਤੇ ਬੰਦਾ ਤੰਦਰੁਸਤ ਹੋ ਗਿਆ। ਤੇ ਜੇ ਵੈਦ ਚੰਗਾ ਨਹੀਂ, ਸਿਆਣਾ ਨਹੀਂ, ਉਹਦੇ ਕੋਲ ਰੋਗ ਪਕੜ ਵਿੱਚ ਨਹੀਂ ਆਇਆ, ਰੋਗ ਕੋਈ ਹੋਰ ਸੀ, ਦਵਾਈ ਕੋਈ ਹੋਰ ਦੇ ਦਿੱਤੀ, ਰੁਜ ਨਹਿ ਜਾਏ ਪ੍ਰਾਨ ਹੋਵੇ ਹਾਨ। ਉਹ ਰੋਗ ਕੀ ਜਾਣਾ ਸੀ, ਸਗੋਂ ਜੀਵ ਦੇ ਪ੍ਰਾਣ ਹੀ ਜਿਹੜੇ ਨੇ ਉਹ ਹਾਨ ਹੋ ਜਾਂਦੇ ਨੇ, ਚਲੇ ਜਾਂਦੇ ਨੇ। ਕਈ ਵਾਰੀ ਦੇਖੀਦਾ ਹੀ ਹੈ ਨਾ, ਬਾਅਦ ਵਿੱਚ ਪਤਾ ਚੱਲਦਾ ਫਲਾਣਾ ਰੋਗ ਸੀ, ਦਵਾਈ ਕੋਈ ਹੋਰ ਲੈਂਦਾ ਰਿਹਾ। ਇਹ ਅਣਜਾਣ ਡਾਕਟਰ ਦੀ ਗੱਲ ਹੈ, ਅਣਜਾਣ ਵੈਦ ਦੀ ਗੱਲ ਹੈ। ਤੈਸੇ ਗੁਰ ਕਾਚੋ ਅਨਜਾਨਾ। ਇਸ ਲਈ ਸਤਿਗੁਰਾਂ ਨੇ ਸਾਨੂੰ ਬਾਰ-ਬਾਰ ਸੁਚੇਤ ਕੀਤਾ ਹੈ। ਇਹ ਗੱਲ ਧਿਆਨ ਵਿੱਚ ਰੱਖਣ ਵਾਲੀ ਹੈ ਤੇ ਕਮਾਉਣ ਵਾਲੀ। ਪੰਜਾਬ ਦੀ ਧਰਤੀ ਹੈ ਜੀ, ਇਹ ਗੁਰੂ ਸਾਹਿਬਾਨਾਂ ਦੀ ਧਰਤੀ, ਕਿਉਂਕਿ ਸਿੱਖੀ ਦਾ ਬੂਟਾ ਗੁਰੂ ਨਾਨਕ ਸਾਹਿਬ ਨੇ ਪੰਜਾਬ ਦੀ ਧਰਤੀ ਵਿੱਚ ਲਾਇਆ। ਚਲੋ ਇਸ ਦੇ ਟਾਣ, ਇਸ ਦੇ ਫਲ ਵਿਦੇਸ਼ਾਂ ਵਿੱਚ ਵੀ ਗਏ, ਉੱਥੇ ਫੈਲੇ। ਬਹੁਤਾਤ ਅੱਜ ਸਾਨੂੰ ਸਿੱਖੀ ਵਿਦੇਸ਼ਾਂ ਵਿੱਚ ਵੀ ਦੇਖਣ ਨੂੰ ਮਿਲਦੀ, ਪਰ ਮੁੱਢ ਤਾਂ ਇਸ ਦਾ ਪੰਜਾਬ ਦੀ ਧਰਤੀ ਹੈ ਨਾ। ਇਸੇ ਪੰਜਾਬ ਦੀ ਧਰਤੀ ਨੂੰ ਜਦੋਂ ਦੇਖਿਆ ਗੁਰੂ ਸਾਹਿਬਾਨਾਂ ਦਾ ਸਤਿਕਾਰ ਹੁੰਦਾ, ਤੇ ਫਿਰ ਅਧੂਰੇ ਗੁਰੂ ਵੀ ਬੜੇ ਆਏ ਜੀ। ਗੁਰੂ ਸਾਹਿਬਾਨਾਂ ਦੇ ਸਮੇਂ ਤੋਂ ਹੀ ਆਏ, ਇਹ ਨਹੀਂ ਕਿ ਅੱਜ ਆਉਣ ਲੱਗੇ। ਆਹ ਦੁਕਾਨਾਂ ਅੱਜ ਨਹੀਂ ਖੁੱਲੀਆਂ ਦਿਸਦੀਆਂ, ਬਹੁਤ ਚਿਰ ਤੋਂ ਚੱਲੀਆਂ ਆ ਰਹੀਆਂ ਨੇ। ਪਰ ਗੁਰੂ ਅਮਰਦਾਸ ਸਾਹਿਬ ਨੇ ਤਾਂ ਸਾਨੂੰ ਸੁਚੇਤ ਕੀਤਾ ਹੈ। ਮਹਾਰਾਜ ਕਹਿੰਦੇ ਹਨ, ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀਆਂ ਸਿਰ ਬਾਣੀ। ਜਿਹੜੇ ਪੂਰੇ ਗੁਰੂ ਦੀ ਬਾਣੀ ਹੈ ਉਹ ਸਾਡਾ ਲੋਕ ਵੀ ਤੇ ਪਰਲੋਕ ਵੀ ਸਵਾਰੇਗੀ। ਜਿਸ ਤਰ੍ਹਾਂ ਸਿਆਣਾ ਵੈਦ ਸੀ, ਉਹਦੀ ਦਵਾਈ ਸਾਨੂੰ ਰੋਗ ਤੋਂ ਮੁਕਤ ਕਰ ਦਿੰਦੀ। ਪਰ ਜੇ ਕਿਤੇ ਅਣਜਾਣ ਵੈਦ ਦੇ ਬੰਦਾ ਵਸ ਪੈ ਜਾਵੇ ਤੇ ਪੈਸੇ ਵੀ ਗਏ, ਸਮਾਂ ਵੀ ਗਿਆ, ਰੋਗ ਕੀ ਜਾਣਾ ਸੀ, ਸਗੋਂ ਮੌਤ ਵੀ ਕਈ ਵਾਰੀ ਹੋ ਜਾਂਦੀ। ਇਸੇ ਕਰਕੇ ਮਹਾਰਾਜ ਕਹਿੰਦੇ, ਜੇ ਕੱਚੇ ਗੁਰੂ ਦੇ ਵਸ ਪੈ ਜਾਵੇ ਨਾ ਬੰਦਾ, ਜਿਸ ਤਰ੍ਹਾਂ ਅੱਜ ਬਹੁਤਾਤ ਲੋਕ ਪਏ ਹੋਏ, ਉਸ ਕੱਚੇ ਗੁਰੂ ਤੋਂ ਕਦੇ ਮੁਕਤੀ ਨਹੀਂ ਮਿਲਦੀ। ਕਾਚੇ ਗੁਰ ਤੇ ਮੁਕਤ ਨਾ ਹੁਆ। ਮਹਾਰਾਜ ਕਹਿੰਦੇ, ਜੇ ਕੱਚੇ ਦੇ ਵਸ ਵਿੱਚ ਪੈ ਜਾਵੇ, ਸਿੱਖ ਅਧਿਕਾਰ ਨਾ ਕਰੇ ਪਛਾਨਾ। ਉਹ ਅਧਿਕਾਰੀ ਨਾ ਦੇਖੇ ਕਿ ਕਿਸ ਚੀਜ਼ ਦਾ ਅਧਿਕਾਰੀ ਹੈ, ਇਹਨੂੰ ਕਿਸ ਤਰ੍ਹਾਂ ਦਾ ਉਪਦੇਸ਼ ਦੇਣਾ ਬਣਦਾ ਹੈ। ਤਿਸ ਉਪਦੇਸ਼ ਅਯੋਗ ਬਤਾਵੇ। ਉਹ ਅਧਿਕਾਰੀ ਹੋਰ ਕਿਸੇ ਚੀਜ਼ ਦਾ ਹੋਵੇ ਤੇ ਉਪਦੇਸ਼ ਕੱਚਾ ਗੁਰੂ ਹੋਰ ਦੇ ਦਵੇ। ਰਹੀ ਸ਼੍ਰੀ ਮਰ ਨਰਕ ਸਦਾਵੇ। ਕਲਿਆਣ ਤਾਂ ਇੱਕ ਪਾਸੇ ਰਹੀ, ਉਹ ਅਧਿਕਾਰੀ ਹੋਰ ਸੀ, ਉਪਦੇਸ਼ ਹੋਰ ਦਿੱਤਾ, ਤੇ ਅਖੀਰ ਉਹ ਮਰ ਕੇ ਨਰਕਾਂ ਨੂੰ ਹੀ ਜਾਵੇਗਾ। ਇਹ ਧਿਆਨ ਵਿੱਚ ਰੱਖਣ ਵਾਲੀ ਗੱਲ ਹੈ ਕਿ ਜਦੋਂ ਅਸੀਂ ਕੋਈ ਮਾੜਾ ਕੰਮ ਕਰੀਏ ਤੇ ਬਾਰ-ਬਾਰ ਇਹੋ ਕਹੀਏ ਕਿ ਜੀ ਆਪ ਹੀ ਉਹਨੇ ਕਰਨਾ ਹੈ, ਤੇ ਫਿਰ ਬੰਦਾ ਬੇਝਿਜਕ ਹੋ ਕੇ ਮਾੜੇ ਕੰਮ ਹੀ ਕਰੀ ਜਾਵੇ ਕਿ ਮੈਂ ਤਾਂ ਕਰਦਾ ਹੀ ਨਹੀਂ, ਇਹ ਸਾਰਾ ਕੁਝ ਅਕਾਲ ਪੁਰਖ ਰੱਬ ਹੀ ਕਰਾ ਰਹੇ। ਉਹ ਫਿਰ ਜਿਹੜਾ ਮਾੜਾ ਕਰਮ ਕਰ ਰਹੇ ਆ ਉਹ ਨਰਕਾਂ ਵੱਲ ਹੀ ਲਿਜਾਵੇਗਾ। ਇਸ ਲਈ ਸਾਨੂੰ ਪੂਰੇ ਗੁਰੂ ਨੇ ਉਪਦੇਸ਼ ਦਿੱਤਾ ਹੈ, ਅਧਿਕਾਰੀ ਦੇ ਕੇ ਉਹ ਤੁਕਾਂ ਉਚਾਰੀਆਂ। ਮਹਾਰਾਜ ਕਹਿੰਦੇ, ਗੁਰੂ ਕੱਚਾ ਹੋਵੇ, ਵੈਦ ਸਿਆਣਾ ਨਾ ਹੋਵੇ ਤੇ ਜੀਵ ਦੀ ਮੌਤ ਵੀ ਹੋ ਜਾਂਦੀ ਹੈ। ਇਸੇ ਤਰ੍ਹਾਂ ਕੱਚੇ ਗੁਰੂ ਕੋਲ ਜਾਵੇ, ਅਧਿਕਾਰੀ ਹੋਰ ਤਰ੍ਹਾਂ, ਉਪਦੇਸ਼ ਹੋਰ ਤਰ੍ਹਾਂ ਦਾ ਦੇ ਦਵੇ, ਤੇ ਫਿਰ ਉਹ ਜੀਵ ਨਰਕਾਂ ਨੂੰ ਹੀ ਜਾਂਦਾ ਹੈ। ਜਾਂ ਤੇ ਤੁਮ ਔਰ ਲਿਹੋ ਵਿਚਾਰੀ। ਇਸ ਲਈ ਤੁਸੀਂ ਆਪਣੇ ਹਿਰਦੇ ਵਿੱਚ ਚੰਗੀ ਤਰ੍ਹਾਂ ਵਿਚਾਰ ਕਰੋ। ਭਗਤ ਕਰਨ ਕੇ ਹੋ ਅਧਿਕਾਰੀ। ਤੁਸੀਂ ਭਗਤੀ ਕਰਨ ਦੇ ਅਧਿਕਾਰੀ ਹੋ, ਆਪਣੇ ਆਪ ਨੂੰ ਭਗਤੀ ਕਰਕੇ ਪਰਮਾਤਮਾ ਦੇ ਯੋਗ ਬਣਾਵੋ। ਸਤਨਾਮ ਸਿਮਰੋ ਦਿਨ ਰਾਤੀ। ਦਿਨ ਰਾਤ ਪਰਮਾਤਮਾ ਦੇ ਨਾਮ ਦਾ ਸਿਮਰਨ ਕਰੋ। ਸਤ ਸੰਗਤ ਸੇਵੋ ਪਲ ਭਾਂਤੀ। ਮਹਾਰਾਜ ਕਹਿੰਦੇ, ਸੰਗਤ ਦੀ ਸੇਵਾ ਕਰੋ ਤੇ ਚੰਗੇ ਜਿਹੜੇ ਫਲ ਨੇ ਲੋਕ ਵਿੱਚ ਵੀ ਪਰਲੋਕ ਵਿੱਚ ਵੀ ਉਹਦੇ ਪ੍ਰਾਪਤ ਹੋਣਗੇ। ਗੁਰ ਸਿੱਖਨ ਕੀ ਟਹਿਲ ਕਰੀਜੈ। ਗੁਰ ਸਿੱਖਾਂ ਦੀ ਕਮਾਈ ਵਾਲਿਆਂ ਦੀ ਟਹਿਲ ਤੋਂ ਭਾਵੇਂ ਸੇਵਾ ਕਰੋ। ਔਰ ਹੰਕਾਰ ਬਿਦਾਰ ਸੋ ਦੀਜੈ। ਪਰ ਸੇਵਾ ਕਰਨ ਲੱਗਿਆਂ ਕਦੇ ਆਪਣੇ ਚਿੱਤ ਵਿੱਚ ਹੰਕਾਰ ਨਹੀਂ ਲਿਆਉਣਾ ਕਿ ਮੈਂ ਕੀਤੀ ਹੈ ਜਾਂ ਮੈਂ ਕਰ ਰਿਹਾ ਜਾਂ ਮੈਂ ਕਰਾਂਗਾ। ਇਸ ਲਈ ਸੇਵਾ ਕਰਨ ਲੱਗਿਆਂ ਹਮੇਸ਼ਾ ਨਿਰਹੰਕਾਰੀ ਰਹਿਣਾ। ਇਹ ਗੁਰੂ ਦੀ ਕਿਰਪਾ ਹੈ। ਮਹਾਰਾਜ ਨੇ ਸਾਡੇ ਤੇ ਕਿਰਪਾ ਕੀਤੀ, ਤਰਸ ਕੀਤਾ ਤੇ ਸੇਵਾ ਲਈ ਹੈ। ਇਸ ਲਈ ਗੁਰਸਿੱਖਾਂ ਦੀ ਸੇਵਾ ਕਰਨੀ, ਪਰ ਨਿਰਹੰਕਾਰ ਹੋ ਕੇ ਸੇਵਾ ਕਰਨੀ ਹੈ। ਸੁਣ ਕੇ ਸਤਿਗੁਰ ਤੇ ਉਪਦੇਸ਼। ਸੁਣ ਕੇ ਗੁਰੂ ਸਾਹਿਬ ਜੀ ਤੋਂ ਇਹਨਾਂ ਨੇ ਮਹਾਰਾਜ ਦਾ ਕੀਮਤੀ ਉਪਦੇਸ਼। ਲਾਗੇ ਸੇਵਾ ਕਰਨ ਹਮੇਸ਼। ਹਮੇਸ਼ਾ ਸਿੱਖਾਂ ਦੀ ਸੰਗਤਾਂ ਦੀ ਸੇਵਾ ਕਰਨ ਲੱਗੇ। ਇਹ ਸਤਿਗੁਰੂ ਪੂਰੇ ਮਹਾਰਾਜ ਜੀ ਨੇ ਸਾਨੂੰ ਉਪਦੇਸ਼ ਦਿੱਤਾ ਹੈ। ਉਪਦੇਸ਼ ਸਾਰਿਆਂ ਦੇ ਕਮਾਉਣ ਵਾਸਤੇ ਹੈ। ਉਪਦੇਸ਼ ਚਹੁ ਵਰਨਾ ਕੋ ਸਾਂਝਾ।
ਇਹਨਾਂ ਗੁਰਸਿੱਖਾਂ ਨੇ ਉਪਦੇਸ਼ ਲਿਆ ਤੇ ਉਹਦੀ ਕਮਾਈ ਕਰਨ ਲੱਗੇ। ਸਿਮਰਤ ਨਾਮ ਪਰਮ ਗਤ ਪਾਈ, ਨਾਮ ਦਾ ਸਿਮਰਨ ਕਰਕੇ ਗੁਰਮੰਤਰ ਜਪ ਕੇ ਪਰਮ ਗਤੀ ਪ੍ਰਾਪਤ ਕਰ ਗਏ। ਸਤਿਗੁਰ ਸੇਵੇ ਭਏ ਸਹਾਈ, ਤੇ ਗੁਰੂ ਸਾਹਿਬ ਜੀ ਨੂੰ ਸੇਵਿਆ, ਸੇਵਾ ਕੀਤੀ, ਜਪਿਆ ਤੇ ਗੁਰੂ ਸਾਹਿਬ ਅਖੀਰ ਇਹਨਾਂ ਦੇ ਸਹਾਈ ਹੋਏ। ਜਿਹੜੀ ਤੁਕ ਆਪਾਂ ਪੜ੍ਹਦੇ ਹਾਂ ਨਾ, ਜੈਸਾ ਸਤਿਗੁਰ ਸੁਣੀਦਾ ਤੈਸੋ ਹੀ ਮੈਂ ਡੀਠ, ਵਿਛੜਿਆ ਮੇਲੇ ਪ੍ਰਭੂ ਹਰ ਦਰਗਹਿ ਕਾ ਬਸੀਠ। ਦਰਗਹਿ ਕਾ ਬਸੀਠ ਦਾ ਅਰਥ ਹੈ ਕਿ ਗੁਰੂ ਦਰਗਾਹ ਦਾ ਵਿਚੋਲਾ ਹੈ। ਤੇ ਵਿਚੋਲਾ ਕੀ ਕਰਦਾ ਹੈ ਜੀ? ਵਿਚੋਲਾ ਉਹਨੂੰ ਹੀ ਕਹਿੰਦੇ ਨੇ ਕਿ ਜਿਹੜਾ ਦੋਵੇਂ ਪਾਸਿਆਂ ਤੇ ਪਰਦਾ ਰੱਖ ਕੇ ਰਿਸ਼ਤਾ ਸਿਰੇ ਚੜਾ ਜਾਵੇ। ਹੋਵੇ ਤੇ ਫਿਰ ਸਭ ਤੋਂ ਪਹਿਲਾਂ ਵਿਚੋਲੇ ਨੂੰ ਫੜਿਆ ਜਾਂਦਾ ਹੈ। ਇਸੇ ਤਰ੍ਹਾਂ ਗੁਰੂ ਦਰਗਾਹ ਦਾ ਵਿਚੋਲਾ ਹੈ ਜੀ। ਜੀਵ ਆਤਮਾ ਦਾ ਵਿਆਹ ਅਕਾਲ ਪੁਰਖ ਵਾਹਿਗੁਰੂ ਨਾਲ ਕਰਾਉਣ ਵਾਲਾ ਉਹ ਗੁਰੂ ਹੈ। ਤੇ ਜੇ ਗੁਰੂ ਪੂਰਾ ਹੋਵੇ ਨਾ, ਜਿਸ ਤਰ੍ਹਾਂ ਵਿਚੋਲਾ ਸਿਆਣਾ ਹੋਵੇ ਤੇ ਉਹ ਰਿਸ਼ਤਾ ਸਿਰੇ ਚੜਾ ਜਾਂਦਾ ਹੈ। ਇਸੇ ਤਰ੍ਹਾਂ ਗੁਰੂ ਹੋਵੇ ਪੂਰਾ ਤੇ ਗੁਰੂ ਹੋਵੇ ਗੁਰੂ ਨਾਨਕ ਸਾਹਿਬ, ਗੁਰੂ ਕਲਗੀਧਰ ਸਾਹਿਬ ਮਹਾਰਾਜ ਜੀ ਵਰਗਾ। ਤੇ ਫਿਰ ਜੇ ਕਿਤੇ ਅਚਨਚੇਤ ਕੋਈ ਭੁੱਲ ਹੁੰਦੀ ਵੀ ਹੈ ਤੇ ਗੁਰੂ ਪੜਦਾ ਪਾ ਕੇ ਦੇ ਕਰਮਾਂ ਦੇ ਉੱਤੇ ਅਕਾਲ ਪੁਰਖ ਦੇ ਦਰ ਦੇ ਉੱਤੇ ਇਹਨੂੰ ਪ੍ਰਵਾਨ ਕਰਾ ਦਿੰਦਾ ਹੈ। ਧਰਮ ਰਾਏ ਦਰ ਕਾਗਦ ਫਾਰੇ, ਜਨ ਨਾਨਕ ਲੇਖਾ ਸਮਝਾ, ਸਤਿਗੁਰ ਸੇਵੇ ਭਏ ਸਹਾਈ। ਜਿਨ੍ਹਾਂ ਨੇ ਗੁਰੂ ਦੀ ਸੇਵਾ ਕੀਤੀ ਹੈ, ਗੁਰੂ ਦੇ ਬਚਨ ਕਮਾਏ ਤੇ ਫਿਰ ਗੁਰੂ ਸਾਹਿਬ ਲੋਕ ਅਤੇ ਪਰਲੋਕ ਦੋਨੋਂ ਸਵਾਰ ਦਿੰਦੇ। ਜਿਸ ਤਰ੍ਹਾਂ ਭਾਈ ਗੁਰਦਾਸ ਜੀ ਲਿਖਦੇ ਨੇ, ਪੀਰ ਮੁਰੀਦਾਂ ਪਿਰ ਹੜੀ ਉਹ ਨਿਭੈ ਨਾਲੇ। ਇਹ ਲੋਕ ਦੀ ਪ੍ਰੀਤੀ ਹੈ। ਦੁਨਿਆਵੀ ਪ੍ਰੀਤੀਆਂ ਪ੍ਰੇਮ ਕੇਵਲ ਇੱਥੋਂ ਤੱਕ ਨਿਭਦੇ ਨੇ, ਕਈ ਇੱਥੇ ਵੀ ਸਾਥ ਛੱਡ ਜਾਂਦੇ ਨੇ, ਪਰ ਗੁਰੂ ਪੂਰਾ ਪਰਲੋਕ ਦੇ ਵਿੱਚ ਵੀ ਉਹ ਪ੍ਰੀਤੀ ਨਿਭਾਉਂਦਾ ਹੈ। ਇਉਂ ਗੁਰੂ ਸਾਹਿਬ ਅਖੀਰਲੇ ਸਮੇਂ ਵੀ ਸਹਾਈ ਹੋਏ ਹਨ। ਦੋਹਰਾ ਨਾਉ ਭੋਲੂ ਜਾਤ ਕੇ, ਸੇਖੜ ਸਾਧ ਸੁਜਾਨ। ਇਹ ਵੀ ਸਿੱਖਾਂ ਦੇ ਨਾਮ ਨੇ। ਭਾਈ ਭੋਲੂ, ਨਾਉ ਭੋਲੂ ਜਾਤ ਕੇ, ਸੇਖੜ ਸਾਧ ਸੁਜਾਨ। ਇਹ ਸਿੱਖਾਂ ਦੇ ਨਾਮ ਨੇ, ਭਲੇ ਪੁਰਸ਼ ਹਨ। ਜੱਟੂ ਭੀਵਾ ਜਾਤ ਕਾ, ਮੂਲਾ ਪੁਰਖ ਮਹਾਨ। ਜੱਟੂ ਭੀਵਾ ਜਾਤੀ ਹੈ, ਭਾਈ ਮੂਲਾ ਇਹ ਮਹਾਂਪੁਰਖ ਹਨ। ਚਾਉ ਪਈ ਚਾਰੋਂ ਮਿਲ ਸ਼੍ਰੀ ਅਰਜਨ ਦੁਆਰੇ, ਇਹ ਚਾਰੇ ਮਿਲ ਕੇ ਗੁਰੂ ਅਰਜਨ ਦੇਵ ਸਾਹਿਬ ਜੀ ਦੀ ਸ਼ਰਨ ਵਿੱਚ ਆਏ ਹਨ। ਆਏ ਨਮੋ ਕੀਨੀ ਹਿਤ ਧਾਰੇ, ਇਹਨਾਂ ਨੇ ਆ ਕੇ ਬੜੇ ਪ੍ਰੇਮ ਦੇ ਨਾਲ ਗੁਰੂ ਅਰਜਨ ਦੇਵ ਸਾਹਿਬ ਜੀ ਨੂੰ ਨਮਸਕਾਰ ਕੀਤੀ ਹੈ। ਗੁਰੂ ਗਰੀਬ ਨਿਵਾਜ ਕੇ ਪਾਸ, ਸਤਿਗੁਰੂ ਜੀ ਆਪ ਜੀ ਗਰੀਬਾਂ ਨੂੰ ਨਿਵਾਜਣ ਵਾਲੇ ਹੋ, ਤੁਹਾਡੀ ਸ਼ਰਨ ਵਿੱਚ ਆਏ ਹਾਂ। ਕਰ ਜੋਰਤ ਭਾਖੀ ਅਰਦਾਸ, ਦੋਨੇ ਹੱਥ ਜੋੜ ਕੇ ਅੰਦਰ ਦੀ ਜਿਹੜੀ ਬੇਨਤੀ ਸੀ ਉਹ ਕੀਤੀ ਹੈ। ਬਾਣੀ ਤੁਮਰੀ ਅਨਕ ਪ੍ਰਕਾਰ, ਸਤਿਗੁਰੂ ਜੀ ਤੁਹਾਡੀ ਬਾਣੀ, ਤੁਹਾਡਾ ਉਪਦੇਸ਼, ਤੁਹਾਡਾ ਦਿੱਤਾ ਹੋਇਆ ਬਚਨ ਕਈ ਤਰ੍ਹਾਂ ਦਾ ਹੈ। ਉਚਰੋ ਜੁਦਾ ਜੁਦੋ ਅਧਿਕਾਰ, ਵੱਖਰੇ ਵੱਖਰੇ ਅਧਿਕਾਰੀਆਂ ਪ੍ਰਤੀ ਤੁਸੀਂ ਬਾਣੀ ਉਚਾਰੀ ਹੈ। ਜਸ ਅਧਿਕਾਰ ਆਪਨੋ ਜਾਣੇ, ਤੇ ਜਿਸ ਤਰ੍ਹਾਂ ਦਾ ਅਧਿਕਾਰ ਅਸੀਂ ਆਪਣਾ ਜਾਣੀਏ। ਕਹਿਓ ਸ਼ਬਦ ਕੋ ਆਸ਼ੈ ਮਾਨੇ, ਜੋ ਸ਼ਬਦ ਦੇ ਵਿੱਚ ਆਸ਼ਾ ਹੈ, ਸਿਧਾਂਤ ਸਮਝਾਇਆ ਹੈ, ਉਹ ਕੀ ਮੰਨੀਏ। ਹਮ ਤੋ ਆਪਨੋ ਜਿਮ ਅਧਿਕਾਰ, ਅਸੀਂ ਤਾਂ ਜਿਸ ਤਰ੍ਹਾਂ ਅਸੀਂ ਅਧਿਕਾਰੀ ਹਾਂ, ਨਹੀਂ ਪਛਾਣ ਸਕੇ ਨਿਰਧਾਰ। ਮਹਾਰਾਜ ਅਸੀਂ ਆਪਣੇ ਆਪ ਨੂੰ ਚੰਗੀ ਤਰ੍ਹਾਂ ਨਿਰਧਾਰਤ ਨਹੀਂ ਪਛਾਣ ਸਕਦੇ, ਕਿਉਂਕਿ ਆਪ ਜੀ ਦੀ ਬਾਣੀ ਵੱਖੋ ਵੱਖ ਅਧਿਕਾਰੀਆਂ ਪ੍ਰਤੀ ਉਚਾਰਨ ਕੀਤੀ। ਜਿਸ ਤਰ੍ਹਾਂ ਆਪਾਂ ਪਿੱਛੇ ਪ੍ਰਸੰਗ ਵਿੱਚ ਸਰਵਣ ਕਰਕੇ ਆਏ ਹਾਂ ਕਿ ਜਿਹੜੇ ਗ੍ਰਸਤ ਵਿੱਚ ਫਸੇ ਨੇ, ਪਾਪ ਪੁੰਨ ਕਰਦੇ ਨੇ, ਉਹਨਾਂ ਪ੍ਰਤੀ ਤੁਸੀਂ ਉਚਾਰਿਆ ਜਿਹਾ ਬੀਜਾ ਸੋ ਲਾਉਣਾ। ਤੇ ਜਿਹੜੇ ਪਰਮਾਤਮਾ ਦੀ ਰੱਬੀ ਜੋਤ ਸਾਰਿਆਂ ਵਿੱਚ ਦੇਖਦੇ ਨੇ, ਸਿਮਰਨ ਭਜਨ ਕਰਦੇ ਨੇ, ਉਹਨਾਂ ਪ੍ਰਤੀ ਉਚਾਰਿਆ ਕਿ ਮਾਰੈ ਰਾਖੈ ਕੋ ਆਪ ਮਾਨੁ ਕੈ ਕਿਛ ਨਾਹੀ ਹਾਥ। ਇਸੇ ਤਰ੍ਹਾਂ ਦਾ ਸਵਾਲ ਇਹਨਾਂ ਸਿੱਖਾਂ ਨੇ ਕੀਤਾ ਹੈ। ਮਹਾਰਾਜ ਤੁਸੀਂ ਬਾਣੀ ਉਚਾਰੀ ਹੈ, ਕਈ ਤਰ੍ਹਾਂ ਦੇ ਸ਼ਬਦ ਉਚਾਰੇ ਨੇ ਵੱਖਰੇ ਵੱਖਰੇ ਅਧਿਕਾਰੀਆਂ ਪ੍ਰਤੀ, ਪਰ ਅਸੀਂ ਕਿਸ ਤਰ੍ਹਾਂ ਪਛਾਣ ਕਰੀਏ ਕਿ ਅਸੀਂ ਕਿਸ ਤਰ੍ਹਾਂ ਦੇ ਅਧਿਕਾਰੀ ਹਾਂ, ਅਸੀਂ ਕਿਸ ਤਰ੍ਹਾਂ ਦਾ ਸਾਡਾ ਜੀਵਨ ਹੈ ਤੇ ਕਿਹੜਾ ਉਪਦੇਸ਼ ਸਾਡੇ ਪ੍ਰਤੀ ਉਚਾਰਿਆ ਹੈ,
ਇਹ ਗੱਲ ਸਾਨੂੰ ਸਮਝ ਵਿੱਚ ਕਿਸ ਤਰ੍ਹਾਂ ਪਵੇ। ਕਰਮ ਕਰਨ ਕੇ ਹੈ ਅਧਿਕਾਰੀ, ਅਸੀਂ ਕਿਹੜੇ ਕਰਮਾਂ ਦੇ ਅਧਿਕਾਰੀ ਹਾਂ ਕੈ ਉਪਾਸਨਾ ਕਰਹਿ ਵਿਚਾਰੀ। ਤੇ ਜਾਂ ਫਿਰ ਅਸੀਂ ਕਿਹੜੀ ਵਿਚਾਰ ਕਰਕੇ ਉਪਾਸਨਾ ਕਰੀਏ। ਗਿਆਨ ਕਾਂਡ ਕੇ ਕੈ ਅਧਿਕਾਰ, ਜਾਂ ਅਸੀਂ ਗਿਆਨ ਕਾਂਡ ਦੇ ਅਧਿਕਾਰੀ ਹਾਂ। ਮਹਾਰਾਜ ਕਿਰਪਾ ਕਰਕੇ ਸਾਨੂੰ ਇਹ ਸਮਝਾਵੋ ਕਿ ਅਸੀਂ ਕਿਸ ਤਰ੍ਹਾਂ ਦੇ ਅਧਿਕਾਰੀ ਹਾਂ। ਸਤਿਗੁਰ ਹਮ ਸੋ ਕਰਹੁ ਉਚਾਰ, ਆਪ ਜੀ ਕਿਰਪਾ ਕਰਕੇ ਸਾਨੂੰ ਉਚਾਰਨ ਕਰਕੇ ਦੱਸੋ। ਅਸੀਂ ਆਪਣੇ ਆਪ ਨੂੰ ਨਹੀਂ ਪਛਾਣ ਸਕਦੇ। ਅਸੀਂ ਕਰਮਾਂ ਦੇ ਅਧਿਕਾਰੀ ਹਾਂ ਜਾਂ ਉਪਾਸਨਾ ਦੇ ਜਾਂ ਗਿਆਨ ਕਾਂਡ ਦੇ। ਸਾਨੂੰ ਕਿਰਪਾ ਕਰਕੇ ਆਪ ਜੀ ਸਮਝਾਵੋ। ਸ਼੍ਰੀ ਅਰਜਨ ਸੁਖਬਾਨ ਬਾਕ ਬਖਾਨੇ, ਇਹਨਾਂ ਦੀ ਬੇਨਤੀ ਨੂੰ ਸੁਣ ਕੇ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਉੱਤਰ ਦਿੱਤਾ ਹੈ। ਆਪਨ ਪਰਖਨਾ ਇਸ ਬਿਦ ਠਾਨੇ। ਗੁਰਦੇਵ ਕਹਿੰਦੇ ਹਨ ਕਿ ਤੁਸੀਂ ਆਪਣੀ ਪਰਖ ਇਸ ਤਰ੍ਹਾਂ ਕਰੋ। ਇਹ ਵੀ ਬੜੀ ਵੱਡੀ ਗੱਲ ਹੈ ਕਿ ਕਦੇ ਮਨ ਵਿੱਚ ਇਹ ਖਿਆਲ ਆਵੇ ਕਿ ਗੁਰੂ ਸਾਹਿਬ ਨੇ ਇਹ ਬਾਣੀ ਉਚਾਰੀ ਹੈ। ਕਈ ਤਰ੍ਹਾਂ ਦੇ ਸ਼ਬਦ ਹਨ, ਵੱਖਰੇ ਵੱਖਰੇ ਅਧਿਕਾਰੀਆਂ ਪ੍ਰਤੀ ਉਚਾਰੇ ਨੇ, ਤੇ ਅਸੀਂ ਕਿਸ ਤਰ੍ਹਾਂ ਦੇ ਅਧਿਕਾਰੀ ਹਾਂ, ਕਰਮਾਂ ਦੇ, ਉਪਾਸਨਾ ਦੇ ਜਾਂ ਗਿਆਨ ਕਾਂਡ ਦੇ। ਕਿਉਂਕਿ ਕਰਮਾਂ ਪ੍ਰਤੀ ਜੋ ਕਰੇਗਾ ਉਹਦਾ ਫਲ ਪਾਵੇਗਾ। ਉਪਾਸਨਾ ਵਾਲਾ ਮਨ ਦੇ ਵਿੱਚ ਪ੍ਰੇਮ ਜਾਗਿਆ ਤੇ ਉਪਾਸਨਾ ਕਰਨ ਲੱਗ ਪਿਆ, ਭਗਤੀ ਕਰਨ ਲੱਗਾ, ਸਿਮਰਨ ਵਿੱਚ ਮਨ ਜੁੜਿਆ, ਸੰਗਤ ਵਿੱਚ ਮਨ ਲੱਗਾ, ਉਹਨਾਂ ਪ੍ਰਤੀ ਹੋਰ ਉਚਾਰੇ। ਜਿਹੜੇ ਗਿਆਨੀ ਸਨ, ਬ੍ਰਹਮ ਗਿਆਨੀ, ਜਿਨ੍ਹਾਂ ਦੀ ਸਮਾਨ ਦ੍ਰਿਸ਼ਟੀ ਹੈ, ਸਾਰੇ ਪਾਸੇ ਬ੍ਰਹਮ ਨੂੰ ਦੇਖਦੇ ਨੇ, ਉਹਨਾਂ ਪ੍ਰਤੀ ਹੋਰ ਸ਼ਬਦ ਹਨ। ਮਹਾਰਾਜ ਕਿਰਪਾ ਕਰਕੇ ਸਾਨੂੰ ਦੱਸੋ ਕਿ ਅਸੀਂ ਕਿਸ ਤਰ੍ਹਾਂ ਦੇ ਅਧਿਕਾਰੀ ਹਾਂ। ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਇਸ ਦਾ ਉੱਤਰ ਦਿੰਦੇ ਨੇ। ਮਹਾਰਾਜ ਕਹਿੰਦੇ ਤੁਸੀਂ ਆਪਣੀ ਪਰਖ ਇਸ ਤਰ੍ਹਾਂ ਕਰੋ। ਗੁਰ ਬਚ ਸੁਨ ਜਬ ਉਰ ਮਹਿ ਧਰੇ, ਜਦੋਂ ਗੁਰੂ ਦਾ ਬਚਨ ਸੁਣ ਕੇ ਆਪਣੇ ਹਿਰਦੇ ਵਿੱਚ ਧਾਰਨ ਕਰੀਏ, ਕਰਮ ਸ਼ੁਭਾ ਸ਼ੁਭ ਨਿਰਣੈ ਕਰੇ। ਫਿਰ ਇਸ ਗੱਲ ਦਾ ਨਿਰਣਾ ਕਰੀਏ ਕਿ ਕਿਹੜੇ ਕੰਮ ਚੰਗੇ ਨੇ, ਕਿਹੜੇ ਮਾੜੇ ਹਨ। ਚਾਹਨ ਲਗਿਓ ਕਰਮ ਸ਼ੁਭ ਕਰਨ, ਇੱਛਾ ਜਾਗੀ ਕਿ ਆਹ ਕੰਮ ਚੰਗਾ ਹੈ, ਇਹ ਕਰੀਏ। ਇਸ ਨੂੰ ਸਾਨੂੰ ਉਪਦੇਸ਼ ਦਿੱਤਾ ਹੈ, ਇਹ ਧਰਮ ਦਾ ਕਰਮ ਹੈ। ਮਨ ਵਿੱਚ ਇੱਛਾ ਜਾਗ ਪਈ ਕਿ ਧਰਮ ਦਾ ਕਰਮ ਕਰੀਏ, ਚੰਗਾ ਕੰਮ ਕਰੀਏ। ਤਉ ਜੇ ਬੁਰੇ ਕਰਮ ਕੋ ਵਿਸ਼ਨ, ਪਰ ਬੁਰੇ ਕਰਮਾਂ ਦਾ ਜਿਹੜਾ ਸੁਭਾਵ ਸੀ ਉਹ ਸਾਨੂੰ ਚੰਗੇ ਕਰਮ ਵੱਲ ਨਹੀਂ ਜਾਣ ਦੇ ਰਿਹਾ। ਕਈ ਵਾਰੀ ਇਸ ਤਰ੍ਹਾਂ ਹੁੰਦਾ ਹੈ ਨਾ। ਇਹ ਵੀ ਬਹੁਤ ਵੱਡੀ ਗੱਲ ਹੈ। ਕਦੇ ਮਨ ਵਿੱਚ ਸਮਝ ਪਵੇ ਕਿ ਅਸੀਂ ਕਰਨ ਕੀ ਆਏ ਹਾਂ, ਫਿਰ ਬੰਦਾ ਚੱਲ ਕੇ ਕਿਸੇ ਭਲੇ ਪੁਰਖ ਕੋਲ ਜਾ ਕੇ ਬੈਠੇ, ਕਮਾਈ ਵਾਲੇ ਕੋਲ ਬੈਠੇ, ਗੁਰੂ ਕੋਲ ਆਵੇ, ਆ ਕੇ ਉਪਦੇਸ਼ ਸੁਣੇ ਕਿ ਚੰਗਾ ਕੀ ਹੈ ਤੇ ਮਾੜਾ ਕੀ, ਤੇ ਫਿਰ ਚੰਗਾ ਕੰਮ ਕਰਨ ਵਾਸਤੇ ਆਪਣੇ ਆਪ ਨੂੰ ਤਿਆਰ ਕਰੇ। ਪਰ ਹੁੰਦਾ ਕੀ ਹੈ, ਜਿਹੜਾ ਮਾੜੇ ਕਰਮਾਂ ਦਾ ਸੁਭਾਵ ਹੈ ਉਹ ਚੰਗੇ ਕੰਮ ਵੱਲ ਨਹੀਂ ਜਾਣ ਦਿੰਦਾ। ਮਿਟਤ ਨਹੀਂ ਮਨ ਤੇ ਨਿਤ ਚਾਹੈ, ਮਨ ਤੋਂ ਮਾੜੇ ਕਰਮਾਂ ਦਾ ਸੁਭਾਅ ਮਿਟਦਾ ਨਹੀਂ। ਇਹ ਵੀ ਗੁਰੂ ਕਿਰਪਾ ਕਰੇ, ਕਿਉਂਕਿ ਇੱਕ ਦਿਨ ਦੀ ਖੇਡ ਤਾਂ ਹੈ ਨਹੀਂ। ਜਦੋਂ ਕੋਈ ਵੱਡੀ ਡਿਗਰੀ ਲੈ ਕੇ ਆਉਂਦਾ ਹੈ ਤੇ ਸਾਰੀ ਉਮਰ ਦੀ ਉਹਦੀ ਪੜ੍ਹਾਈ ਹੁੰਦੀ ਹੈ। ਜਦੋਂ ਕੋਈ ਬੰਦਾ ਬ੍ਰਹਮ ਗਿਆਨੀ ਦੀ, ਕਮਾਈ ਵਾਲੇ ਦੀ, ਸੰਤ ਮਹਾਂਪੁਰਖ ਦੀ ਉਸਤਤ ਹੁੰਦਾ ਦੇਖ ਕੇ ਇਹ ਕਵੇ ਕਿ ਇਹ ਵੀ ਮੇਰੇ ਵਰਗਾ ਆਮ ਬੰਦਾ ਹੀ ਹੈ ਤੇ ਇਹਨੂੰ ਨਮਸਕਾਰਾਂ ਕਿਉਂ ਹੋ ਰਹੀਆਂ, ਇਹ ਨਹੀਂ ਹੈ। ਇੱਕ ਪਾਸੇ ਕੋਈ PhD ਕਰਕੇ ਬੈਠਾ ਹੈ ਤੇ ਇੱਕ ਪਾਸੇ ਕੋਈ 10ਵੀਂ ਵਾਲਾ ਵਿਦਿਆਰਥੀ ਖੜਾ ਹੋ ਕੇ ਕਵੇ ਕਿ ਮੇਰੇ ਬਰਾਬਰ ਹੈ, ਇਸ ਤਰ੍ਹਾਂ ਨਹੀਂ ਹੁੰਦਾ। ਇਸੇ ਤਰ੍ਹਾਂ ਮਹਾਰਾਜ ਕਹਿੰਦੇ ਹਨ, ਪਹਿਲਾਂ ਬੰਦਾ ਸੁਣਦਾ ਹੈ, ਸੁਣ ਕੇ ਵਿਚਾਰ ਕਰਦਾ ਚੰਗੇ ਮਾੜੇ ਦੀ, ਚੰਗਾ ਕੰਮ ਕਰਨਾ ਚਾਹੁੰਦਾ ਹੈ, ਪਰ ਮਾੜਾ ਸੁਭਾਵ ਉਹ ਕੰਮ ਨੂੰ ਕਰਨ ਨਹੀਂ ਦਿੰਦਾ। ਤਉ ਅਧਿਕਾਰ ਕਰਮ ਕੋ ਤਾਹੈ, ਮਹਾਰਾਜ ਕਹਿੰਦੇ ਉਸ ਦਾ ਅਧਿਕਾਰ ਜਿਹੜਾ ਹੈ ਨਾ, ਉਹ ਕਰਮਾਂ ਦਾ ਅਧਿਕਾਰੀ ਹੈ। ਉਹ ਕਰਮਾਂ ਦੇ ਵੱਸ ਪਿਆ ਹੋਇਆ। ਚੰਗਾ ਕਰਨਾ ਚਾਹੁੰਦਾ ਸੀ, ਸੁਣ ਲਿਆ ਆਹ ਚੰਗਾ ਹੈ, ਪਰ ਮਾੜੇ ਕਰਮਾਂ ਦਾ ਸੁਭਾਵ ਉਸ ਨੂੰ ਚੰਗੇ ਪਾਸੇ ਨਹੀਂ ਜਾਣ ਦੇ ਰਿਹਾ। ਉਹ ਕਰਮਾਂ ਦਾ ਅਧਿਕਾਰੀ ਹੈ। ਗੁਰ ਸਿੱਖਨ ਕੀ ਸੇਵਾ ਲਾਗੇ, ਫਿਰ ਉਹ ਕੀ ਕਰੇ? ਗੁਰ ਸਿੱਖਾਂ ਦੀ ਸੇਵਾ ਵਿੱਚ ਲੱਗੇ। ਗੁਰਬਾਣੀ ਸੁਣਬੇ ਅਨੁਰਾਗੇ, ਗੁਰਬਾਣੀ ਸੁਣਨ ਦੇ ਵਿੱਚ ਆਪਣਾ ਮਨ ਪ੍ਰੇਮੀ ਕਰੇ, ਪ੍ਰੇਮ ਦੇ ਨਾਲ ਗੁਰੂ ਦੀ ਬਾਣੀ ਸੁਣੇ। ਸਨੇ ਸਨੇ ਮਨ ਖੋਟ ਨਿਵਾਰੈ, ਹੌਲੀ ਹੌਲੀ ਮਨ ਦੀ ਜਿਹੜੀ ਖੋਟ ਸੀ, ਕਿਉਂਕਿ ਮਾੜੇ ਕਰਮਾਂ ਦਾ ਸੁਭਾਵ ਸਾਨੂੰ ਚੰਗੇ ਪਾਸੇ ਨਹੀਂ ਸੀ ਜਾਣ ਦੇ ਰਿਹਾ, ਫਿਰ ਕਰੇ ਕੀ? ਮਹਾਰਾਜ ਕਹਿੰਦੇ ਗੁਰੂ ਦੀ ਸੇਵਾ ਕਰੇ ਤੇ ਹੌਲੀ ਹੌਲੀ ਆਪਣਾ ਜਿਹੜਾ ਸੁਭਾਵ ਹੈ, ਮਨ ਖੋਟ ਨਿਵਾਰੇ। ਗੁਰੂ ਦੇ ਉਪਦੇਸ਼ ਦੇ ਨਾਲ ਮਨ ਦਾ ਖੋਟਾਪਨ ਦੂਰ ਕਰੇ। ਅਬਲਾਕਤ ਪ੍ਰਭ ਦੇਸ਼ ਚਿਤ ਧਾਰੈ, ਆਪਣੀ ਜਿਹੜਾ ਚਿੱਤ ਹੈ ਉਹ ਪ੍ਰਮਾਤਮਾ ਵੱਲ ਜੋੜੇ। ਇਹ ਅਬਲਾਖਾ ਇੱਛਾ ਰੱਖੇ ਕਿ ਮੈਨੂੰ ਕਿਤੇ ਦਰਸ਼ਨ ਹੋ ਜਾਣ,
ਦਰਸ਼ਨ ਤਾਂ ਹੋਣਗੇ ਨਾ ਜੇ ਅਧਿਕਾਰੀ ਬਣਾਵੇ। ਜੇ ਅਧਿਕਾਰੀ ਬਣਾਈਏ ਤੇ ਫਿਰ ਹੀ ਉਹਦੀ ਪ੍ਰਾਪਤੀ ਹੋ ਸਕਦੀ ਹੈ। ਹੁਣ ਲੋੜ ਹੈ ਆਪਣੇ ਆਪ ਨੂੰ ਅਧਿਕਾਰੀ ਬਣਾਉਣ ਦੀ। ਜਿਹਨੂੰ ਜੋ ਕੁਝ ਦੁਨੀਆ ਵਿੱਚ ਸਮਾਜ ਵਿੱਚ ਮਿਲਿਆ ਹੈ ਨਾ, ਬੰਦੇ ਨੂੰ ਦੇਖ ਕਰ ਈਰਖਾ ਨਹੀਂ ਕਰਨੀ ਚਾਹੀਦੀ, ਕਿਉਂਕਿ ਉਹ ਉਹਦੇ ਯੋਗ ਸੀ, ਉਹ ਵਸਤੂ ਉਹਨੂੰ ਮਿਲ ਗਈ। ਜੇ ਸਾਨੂੰ ਨਹੀਂ ਮਿਲੀ ਤੇ ਹਲੇ ਅਸੀਂ ਯੋਗ ਨਹੀਂ ਆ। ਇੱਦਾਂ ਕਹਿ ਲਓ ਕਿ ਕੋਈ ਭਾਂਡਾ ਸਾਬਤ ਹੈ, ਉਹਦੇ ਵਿੱਚ ਵਸਤੂ ਪਾਈ ਤੇ ਟਿਕ ਗਈ। ਸਾਡੇ ਕੋਲ ਭਾਂਡੇ ਦਾ ਥੱਲਾ ਹੀ ਨਹੀਂ ਸੀ, ਭਾਂਡਾ ਹੀ ਨਹੀਂ ਸੀ ਸਾਬਤ, ਤੇ ਵਸਤੂ ਪਾਈ ਹੋਈ ਵੀ ਨਹੀਂ ਟਿਕ ਸਕੀ। ਇਸ ਲਈ ਜੋ ਕੁਝ ਬੰਦੇ ਨੂੰ ਮਿਲ ਰਿਹਾ ਉਹਦੇ ਕਰਮਾਂ ਦੇ ਭਾਗਾਂ ਅਨੁਸਾਰ ਮਿਲ ਰਿਹਾ। ਇਸ ਲਈ ਮਨ ਵਿੱਚ ਇੱਛਾ ਰੱਖੇ। ਕਿਸ ਤਰ੍ਹਾਂ? ਕਿਉਂਕਿ ਹਲੇ ਮਾੜੇ ਕਰਮਾਂ ਦਾ ਸੁਭਾਵ ਸਾਨੂੰ ਚੰਗੇ ਪਾਸੇ ਨਹੀਂ ਸੀ ਜਾਣ ਦੇ ਰਿਹਾ। ਚਾਹੁੰਦੇ ਸੀ ਕੁਝ ਚੰਗਾ ਕਰੀਏ। ਹੌਲੀ ਹੌਲੀ ਮਨ ਦੀ ਖੋਟ ਦੂਰ ਕਰੇ ਅਤੇ ਮਨ ਵਿੱਚ ਇੱਛਾ ਰੱਖੇ ਕਿ ਮੈਨੂੰ ਵੀ ਦਰਸ਼ਨ ਹੋ ਜਾਣ। ਜੇ ਗੁਰ ਬਾਗ ਸੁਨੇ ਨਿਜ ਕਾਨ, ਆਪਣੇ ਕੰਨਾਂ ਦੇ ਨਾਲ ਗੁਰੂ ਦੇ ਬਚਨ ਸੁਣੇ। ਕਰਮ ਅਸ਼ੁਭ ਕੀ ਹੋਏ ਤਬ ਹਾਨ, ਫਿਰ ਜਿਹੜੇ ਮਾੜੇ ਕਰਮ ਨੇ ਉਹਦੀ ਅਸ਼ੁਭ ਕਰਮ ਦੀ ਹਾਨੀ ਹੋ ਜਾਂਦੀ, ਫਿਰ ਮਾੜਾ ਕਰਮ ਮਿਟਦਾ ਹੈ। ਇਹ ਗੁਰੂ ਸਾਹਿਬ ਨੇ ਉਪਦੇਸ਼ ਦਿੱਤਾ ਹੈ। ਪਤਾ ਲੱਗ ਗਿਆ ਆ ਚੰਗਾ ਹੈ ਮਾੜਾ ਹੈ, ਪਰ ਕਰਮਾਂ ਦਾ ਪ੍ਰਭਾਵ ਸੀ, ਸਾਨੂੰ ਚੰਗੇ ਪਾਸੇ ਨਹੀਂ ਸੀ ਜਾਣ ਦੇ ਰਿਹਾ। ਕਰਮ ਹੈ ਬਹੁਤ ਬਲਵਾਨ, ਪਰ ਗੁਰੂ ਸਾਹਿਬ ਦੀ ਬਾਣੀ ਕਹਿੰਦੀ ਹੈ ਕਰਮ ਅਮਿਟ ਨਹੀਂ। ਕਿਉਂਕਿ ਸਿੰਘ ਸਰਨ ਕਤ ਜਾਈਏ ਜੋ ਜੰਬੁਕ ਗ੍ਰਸ ਹੈ। ਭਗਤ ਜੀ ਕਹਿੰਦੇ ਨੇ ਕਰਮ ਹਨ ਗਿੱਦੜ। ਹੁਣ ਆਪਾਂ ਆ ਗਏ ਸ਼ੇਰ ਦੀ ਸ਼ਰਨ ਵਿੱਚ। ਜੇ ਸ਼ੇਰ ਦੀ ਸ਼ਰਨ ਵਿੱਚ ਬੈਠੇ ਹਾਂ ਤੇ ਫਿਰ ਗਿੱਦੜਾਂ ਦਾ ਡਰ ਨਹੀਂ। ਜੇ ਪੂਰੇ ਗੁਰੂ ਦੀ ਸ਼ਰਨ ਵਿੱਚ ਆ ਜਾਈਏ ਤੇ ਫਿਰ ਮਹਾਰਾਜ ਕਹਿੰਦੇ ਨੇ ਸਿੱਖਾਂ ਦੀ ਸੇਵਾ ਵਿੱਚ ਮਨ ਲਾਵੇ, ਗੁਰਬਾਣੀ ਪ੍ਰੇਮ ਦੇ ਨਾਲ ਸੁਣੇ, ਹੌਲੀ ਹੌਲੀ ਮਨ ਵਿੱਚੋਂ ਖੋਟ ਨੂੰ ਦੂਰ ਕਰੇ, ਹੌਲੀ ਹੌਲੀ ਅਭਿਆਸ ਕਰੇ, ਤੇ ਫਿਰ ਆਪਣੇ ਚਿੱਤ ਵਿੱਚ ਇਹੋ ਇੱਛਾ ਰੱਖੇ ਕਿ ਮੈਂ ਚੰਗੇ ਕਰਮ ਕਰਕੇ ਪ੍ਰਮਾਤਮਾ ਦੀ ਪ੍ਰਾਪਤੀ ਤੱਕ ਪਹੁੰਚ ਜਾਵਾਂ। ਤੇ ਫਿਰ ਮਹਾਰਾਜ ਕਹਿੰਦੇ ਕਿਰਪਾ ਹੁੰਦੀ ਹੈ, ਮਾੜੇ ਕਰਮਾਂ ਦਾ ਪ੍ਰਭਾਵ ਮਿਟ ਜਾਂਦਾ ਹੈ। ਜਿਸ ਤਰ੍ਹਾਂ ਸਤਿਗੁਰੂ ਹੋਰ ਅਧਿਕਾਰੀਆਂ ਬਾਰੇ ਦੱਸਣਗੇ, ਇਹ ਵਿਚਾਰ ਆਪਾਂ ਕੱਲ੍ਹ ਦੇ ਦੀਵਾਨਾਂ 'ਚ ਸਰਵਣ ਕਰਾਂਗੇ। ਸਤਿਗੁਰੂ ਜੀ ਕਿਰਪਾ ਕਰਨ, ਜੋ ਮਹਾਰਾਜ ਜੀ ਨੇ ਉੱਤਮ ਕੀਮਤੀ ਉਪਦੇਸ਼ ਸਾਡੀ ਝੋਲੀ ਪਾਇਆ ਹੈ, ਸਤਿਗੁਰੂ ਕਿਰਪਾ ਕਰੋ ਇਹਨਾਂ ਬਚਨਾਂ ਦੀ ਕਮਾਈ ਕਰ ਸਕੀਏ, ਲੋਕ ਸੁਖੀਏ ਪਰ ਲੋਕ ਸੁਹੇਲੇ ਹੋ ਸਕਣ। ਆਓ ਦੋ ਪੰਕਤੀਆਂ ਸਰਵਣ ਕਰੀ, ਇੱਥੇ ਫਤਿਹ ਬੁਲਾਈਏ ਜੀ। ਸਨੇ ਸਨੇ ਮਨ ਖੋਟ ਨਿਵਾਰੈ, ਅਬਲਾਖਤ ਪ੍ਰਭ ਦੇਸ ਚਿਤ ਧਾਰੈ। ਜੇ ਗੁਰ ਬਾਗ ਸੁਨੇ ਨਿਜ ਕਾਨ, ਕਰਮ ਅਸ਼ੁਭ ਕੀ ਹੋਏ ਤਬ ਹਾਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।